ਆਓ ਅਸੀਂ ਆਪਣੀਆਂ ਬਾਈਬਲਾਂ ਨੂੰ ਖੋਲ੍ਹੀਏ ਅਤੇ ਅਫਸੀਆਂ ਦਾ ਖੱਤ ਉਸਦਾ 4 ਅਧਿਆਇ ਅਤੇ 32 ਆਇਤ ਅਤੇ ਅਫਸੀਆਂ ਦਾ ਖੱਤ ਉਹਦਾ 5ਵਾਂ ਅਧਿਆਇ ਅਤੇ 1 ਅਤੇ 2 ਆਇਤਾਂ ਨੂੰ ਅਸੀਂ ਦੇਖਦੇ ਹਾਂ। ਉਸ ਵਿੱਚ ਪੌਲੁਸ ਕਹਿੰਦਾ ਹੈ, ਇੱਕ ਦੂਜੇ ਨਾਲ ਦਿਆਲੂ ਕੋਮਲ ਦਿਲ, ਇੱਕ ਦੂਜੇ ਨੂੰ ਮਾਫ਼ ਕਰੋ ਜਿਵੇਂ ਪਰਮੇਸ਼ਰ ਨੇ ਮਸੀਹ ਵਿੱਚ ਤੁਹਾਨੂੰ ਮਾਫ਼ ਕੀਤਾ ਹੈ। ਇਸ ਲਈ ਪਿਆਰੇ ਬੱਚਿਆਂ ਵਾਂਗ ਪਰਮੇਸ਼ਰ ਦੀ ਰੀਸ ਕਰੋ ਅਤੇ ਪਰਮੇਸ਼ਵਰ ਦੇ ਪ੍ਰੇਮ ਵਿੱਚ ਚੱਲੋ। ਜਿਵੇਂ ਮਸੀਹ ਨੇ ਸਾਨੂੰ ਪ੍ਰੇਮ ਕੀਤਾ ਅਤੇ ਆਪਣੇ ਆਪ ਨੂੰ ਸਾਡੇ ਲਈ ਦੇ ਦਿੱਤਾ, ਉਹ ਪਰਮੇਸ਼ਰ ਨੂੰ ਚੜ੍ਹਾਈ ਗਈ ਚੰਗੀ ਸੁਗੰਧ ਅਤੇ ਇੱਕ ਕੁਰਬਾਨੀ ਸੀ। ਹੁਣ ਅਸੀਂ ਇੱਥੇ ਰੁਕਦੇ ਹਾਂ। ਅਸੀਂ ਇਹ 3 ਆਦਤਾਂ ਨੂੰ ਦੇਖਦੇ ਹਾਂ ਕਿ ਇੱਕ ਦੂਸਰੇ ਨੂੰ ਮਾਫ਼ ਕਰਦੇ ਰਹੋ ਅਤੇ ਇੱਕ ਦੂਸਰੇ ਨੂੰ ਪ੍ਰੇਮ ਕਰਦੇ ਰਹੋ। ਜੇ ਅਸੀਂ ਪਰਮੇਸ਼ਵਰ ਵਾਂਗਰ ਬਣਨਾ ਚਾਹੁੰਦੇ ਹਾਂ, ਜਿਵੇਂ ਕਿ ਪਰਮੇਸ਼ਵਰ ਚੰਗਾ ਭਲਾ ਇੱਕ ਖੁਦਾ ਹੈ ਸਾਡਾ, ਉਹ ਸਾਰਿਆਂ ਨਾਲ ਚੰਗਾ ਕਰਦਾ ਹੈ ਅਤੇ ਸਾਰਿਆਂ ਨੂੰ ਮਾਫ਼ ਕਰਦਾ ਹੈ ਅਤੇ ਪ੍ਰੇਮ ਕਰਦਾ ਹੈ। ਜੇ ਅਸੀਂ ਪਰਮੇਸ਼ਵਰ ਵਾਂਗਰ ਆਪਣਾ ਜੀਵਨ ਢਾਲਣਾ ਚਾਹੁੰਦੇ ਹਾਂ ਤਾਂ ਸਾਨੂੰ ਪਰਮੇਸ਼ਵਰ ਦੀਆਂ ਕਹੀਆਂ ਹੋਈਆਂ ਗੱਲਾਂ 'ਤੇ ਚੱਲਣ ਦੀ ਲੋੜ ਹੈ। ਅਤੇ ਜਿਵੇਂ ਕਿ ਪਰਮੇਸ਼ਰ ਦਾ ਇੱਕ ਕੈਰੈਕਟਰ ਹੈ ਜੋ ਕਿ ਉਸਦੀ ਸ਼ਖਸੀਅਤ ਹੈ, ਉਸਦੇ ਲੋਕਾਂ ਦੇ ਲਈ ਇੱਕ ਬਹੁਤ ਹੀ ਚੰਗੀ ਸ਼ਖਸੀਅਤ ਹੈ। ਅਤੇ ਪਰਮੇਸ਼ਵਰ ਜੋ ਹੈ ਉਹ ਇੱਕ ਪਾਪ ਰਹਿਤ ਪਰਮੇਸ਼ਵਰ ਹੈ। ਅਤੇ ਜਦੋਂ ਪੌਲੁਸ ਗੱਲ ਕਰਦਾ ਹੈ ਕਿ ਤੁਸੀਂ ਪਰਮੇਸ਼ਵਰ ਵਾਂਗਰ ਬਣ ਜਾਵੋ, ਉਹ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਆਪਣੇ ਆਪ ਨੂੰ ਪਰਮੇਸ਼ਵਰ ਕਹੋ ਜਾਂ ਰੱਬ ਕਹੋ। ਅੱਜ ਕੱਲ੍ਹ ਅਸੀਂ ਕਿੰਨੀ ਵਾਰੀ ਦੇਖਦੇ ਹਾਂ ਟੀਵੀਆਂ ਉੱਤੇ ਵੀ ਕਈ ਮਸੀਹੀ ਜਿਹੜੇ ਚੈਨਲ ਹੁੰਦੇ ਹਨ, ਕਈ ਪ੍ਰਚਾਰਕ ਆਉਂਦੇ ਹਨ ਅਤੇ ਬਹੁਤ ਹੀ ਵੱਡੀ ਜੋ ਇੱਕ ਭੀੜ ਹੁੰਦੀ ਹੈ ਉਹਨਾਂ ਦੇ ਮੂਹਰੇ ਉਹਨਾਂ ਨੂੰ ਕਹਿ ਦਿੰਦੇ ਹਨ ਨਵੀਂ ਤੋਂ ਨਵੀਂ ਗੱਲ ਲਿਆ ਕੇ, ਜੋ ਕਿ ਬਾਈਬਲ ਵਿੱਚ ਲਿਖੀ ਵੀ ਨਹੀਂ ਹੁੰਦੀ। ਜਿਵੇਂ ਕਿ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਕਿੰਨੇ ਪ੍ਰਚਾਰਕ ਪੰਜਾਬ ਦੇ ਵਿੱਚ ਵੀ ਹਨ ਜਾਂ ਹੋਰ ਵੀ ਜਗ੍ਹਾ 'ਤੇ ਹਨ ਕਿ ਉਹ ਆਪਣੇ ਆਪ ਨੂੰ ਕਹਿੰਦੇ ਹਨ ਕਿ ਅਸੀਂ ਪਰਮੇਸ਼ਵਰ ਹਾਂ, ਅਸੀਂ ਰੱਬ ਹਾਂ। ਪਰਮੇਸ਼ਵਰ ਸਿਰਫ ਇੱਕ ਹੈ ਅਤੇ ਪਰਮੇਸ਼ਵਰ ਵਰਗਾ ਕੋਈ ਵੀ ਨਹੀਂ ਹੋ ਸਕਦਾ। ਹਾਲਾਂਕਿ ਸਾਡਾ ਜੋ ਇੱਕ ਕੈਰੈਕਟਰ ਹੈ ਜਾਂ ਸ਼ਖਸੀਅਤ ਹੈ, ਜੋ ਸਾਡੀ ਇੱਕ ਕੰਮ ਕਰਨ ਦੀ ਸ਼ਮਤਾ ਹੈ, ਉਹ ਪਰਮੇਸ਼ਵਰ ਵਾਂਗਰ ਨਹੀਂ ਹੈ। ਪਰ ਜੋ ਵੀ ਅਸੀਂ ਕੰਮ ਕਰ ਸਕਦੇ ਹਾਂ ਉਹ ਚੰਗੇ ਕੰਮ ਕਰ ਸਕਦੇ ਹਾਂ। ਸਾਡੇ ਵਿੱਚ ਇੰਨੀ ਖੁਦਾਵੰ ਨੇ ਇੱਕ ਕਿਰਪਾ, ਮਿਹਰ ਅਤੇ ਆਪਣਾ ਪ੍ਰੇਮ ਦਿੱਤਾ ਹੈ ਕਿ ਅਸੀਂ ਚੰਗੇ ਕੰਮ ਕਰ ਸਕੀਏ। ਅਤੇ ਇਹ ਚੰਗੇ ਕੰਮ ਕੀ ਹਨ? ਚਰਚ ਦੇ ਵਿੱਚ, ਕਲੀਸਿਆ ਦੇ ਵਿੱਚ ਅਸੀਂ 2 ਚੀਜ਼ਾਂ ਦੇਖਦੇ ਹਾਂ ਜੋ ਕਿ ਸਾਨੂੰ ਦਿਖਾਉਂਦੀਆਂ ਹਨ ਪਰਮੇਸ਼ਵਰ ਦਾ ਇੱਕ ਸਵਰੂਪ। ਉਹ ਇਹ ਹੈ ਕਿ ਪਰਮੇਸ਼ਵਰ ਮਾਫ਼ ਕਰਦਾ ਹੈ ਅਤੇ ਪਰਮੇਸ਼ਵਰ ਸਾਨੂੰ ਪ੍ਰੇਮ ਕਰਦਾ ਹੈ। ਅਤੇ ਜਿਵੇਂ ਪਰਮੇਸ਼ਵਰ ਸਾਨੂੰ ਮਾਫ਼ ਕਰਦਾ ਹੈ ਅਤੇ ਪ੍ਰੇਮ ਕਰਦਾ ਹੈ, ਸਾਨੂੰ ਵੀ ਉਸੇ ਤਰ੍ਹਾਂ ਆਪਣੇ ਭਾਈ ਭੈਣਾਂ ਨੂੰ ਕਲੀਸਿਆਵਾਂ ਦੇ ਵਿੱਚ ਅਤੇ ਕਲੀਸਿਆਵਾਂ ਦੇ ਬਾਹਰ ਵੀ ਮਾਫ਼ ਕਰਨਾ ਚਾਹੀਦਾ ਹੈ ਅਤੇ ਲੋਕਾਂ ਨਾਲ ਪ੍ਰੇਮ ਰੱਖਣਾ ਚਾਹੀਦਾ ਹੈ। ਅਤੇ ਅੱਜ ਅਸੀਂ ਇਹ ਗੱਲਾਂ ਨੂੰ ਦੇਖਦੇ ਹਾਂ, ਮਾਫ਼ ਕਰਨ ਦਾ ਮਤਲਬ ਕੀ ਹੈ ਅਤੇ ਪ੍ਰੇਮ ਕਰਨ ਦਾ ਮਤਲਬ ਕੀ ਹੈ। ਇਸੇ ਤਰ੍ਹਾਂ ਅਸੀਂ ਪਰਮੇਸ਼ਰ ਦੀ ਇੱਕ ਚਾਲ ਜੋ ਹੈ ਸਾਡੀ ਜ਼ਿੰਦਗੀ 'ਚ ਉਹ ਅਸੀਂ ਲਿਆ ਸਕਦੇ ਹਾਂ। ਅਸੀਂ ਰੋਮੀਆਂ ਦਾ ਖੱਤ ਉਸਦਾ 8 ਅਧਿਆਇ ਪੜ੍ਹਦੇ ਹਾਂ ਅਤੇ ਉਸਦੀ 29 ਆਇਤ ਵਿੱਚ ਪੌਲੁਸ ਕਹਿੰਦਾ ਹੈ ਕਿ ਪਰਮੇਸ਼ਰ ਨੇ ਸਾਨੂੰ ਚੁਣਿਆ ਤਾਂ ਕਿ ਅਸੀਂ ਉਸਦੇ ਪੁੱਤਰ ਦੇ ਵਾਂਗੂ ਬਣ ਜਾਈਏ, ਕਿ ਅਸੀਂ ਉਸਦੇ ਪੁੱਤਰ ਯਿਸੂ ਮਸੀਹ ਦੇ ਵਰਗੇ ਬਣ ਜਾਈਏ। ਉਹ ਕਿਵੇਂ ਅਸੀਂ ਬਣਦੇ ਹਾਂ? ਜਦੋਂ ਆਦਮ ਪਾਪ 'ਚ ਡਿੱਗਿਆ ਅਤੇ ਆਦਮ ਦੇ ਕਰਕੇ ਸਾਡੀ ਇੱਕ ਛਵੀ ਜਿਹੜੀ ਸੀ ਪਰਮੇਸ਼ਰ ਉੱਤੇ ਬਣੀ ਹੋਈ ਉਹ ਖਰਾਬ ਹੋ ਗਈ। ਅਸੀਂ ਪੜ੍ਹਦੇ ਹਾਂ ਉਤਪਤੀ ਦੀ ਕਿਤਾਬ ਉਸਦਾ 1 ਅਧਿਆਇ ਅਤੇ ਉਸਦੀ 27 ਆਇਤ ਵਿੱਚ ਅਸੀਂ ਪੜ੍ਹਦੇ ਹਾਂ, ਉਹ ਕਹਿੰਦਾ ਹੈ ਕਿ ਪਰਮੇਸ਼ਰ ਨੇ ਇਨਸਾਨ ਨੂੰ ਆਪਣੀ ਛਵੀ ਦੇ ਉੱਤੇ ਰਚਿਆ। ਅਤੇ ਇਹ ਛਵੀ ਕੀ ਹੈ? ਇਹ ਛਵੀ ਉਹ ਹੈ ਕਿ ਅਸੀਂ ਪਰਮੇਸ਼ਵਰ ਦੇ ਵਾਂਗੂ ਚੰਗੇ ਕੰਮ ਕਰ ਸਕੀਏ। ਜਿਵੇਂ ਪਰਮੇਸ਼ਵਰ ਭਲਾ ਹੈ ਉਵੇਂ ਹੀ ਅਸੀਂ ਵੀ ਭਲੇ ਕੰਮ ਕਰ ਸਕੀਏ। ਪਰ ਜਦੋਂ ਆਦਮ ਪਾਪ 'ਚ ਡਿੱਗ ਗਿਆ ਅਤੇ ਉਹ ਜਿਹੜੀ ਛਵੀ ਇੱਕ ਕੀ ਖਰਾਬ ਹੋ ਗਈ। ਅਤੇ ਜਦੋਂ ਯਿਸੂ ਮਸੀਹ ਆਇਆ, ਆਪਣੇ ਆਪ ਨੂੰ ਸਲੀਬ 'ਤੇ ਮਾਰਿਆ ਅਤੇ ਉਹ ਤੀਜੇ ਦਿਨ ਜ਼ਿੰਦਾ ਹੋ ਗਿਆ, ਉਸਦੇ ਮਾਰੇ ਜਾਏ ਜਾਣ ਕਰਕੇ, ਉਸਦੇ ਖੂਨ ਬਹਾਏ ਜਾਣ ਕਰਕੇ ਅਤੇ ਉਸਦੇ ਜ਼ਿੰਦਾ ਕੀਤੇ ਜਾਣ ਕਰਕੇ ਹੁਣ ਅਸੀਂ ਜਦੋਂ ਉਸਦੇ ਉੱਤੇ ਵਿਸ਼ਵਾਸ ਕਰਦੇ ਹਾਂ, ਇਹ ਜੋ ਛਵੀ ਆਦਮ ਦੀ ਖਰਾਬ ਹੋਈ ਸੀ ਸਾਡੀ ਜ਼ਿੰਦਗੀ 'ਚ, ਉਹ ਹੁਣ ਛਵੀ ਚੰਗੀ ਹੋਣ ਲੱਗ ਪੈਂਦੀ ਹੈ। ਇੱਕ ਕਹਿ ਲਓ ਇੱਕ ਤਸਵੀਰ ਵਰਗੀ ਹੈ। ਇੱਕ ਚੰਗੀ ਤਸਵੀਰ ਇੱਕ ਇਨਸਾਨ ਨੇ ਬਣਾਈ ਅਤੇ ਕਿਸੇ ਨੇ ਆ ਕੇ ਉਸਦੇ ਉੱਤੇ ਸਿਆਹੀ ਡੋਲ ਦਿੱਤੀ ਅਤੇ ਉਹ ਤਸਵੀਰ ਬਹੁਤ ਖਰਾਬ ਹੋ ਗਈ।
ਪਰ ਫਿਰ ਉਹ ਪੇਂਟਰ ਦੁਬਾਰਾ ਆਇਆ ਜਿਸਨੇ ਉਹ ਤਸਵੀਰ ਬਣਾਈ ਸੀ ਅਤੇ ਉਸਨੇ ਦੁਬਾਰਾ ਤਸਵੀਰ ਨੂੰ ਸਹੀ ਕਰਨਾ ਸ਼ੁਰੂ ਕਰ ਦਿੱਤਾ। ਹਾਲਾਂਕਿ ਟਾਈਮ ਤਾਂ ਲੱਗਦਾ ਹੈ। ਉਹ ਜਿਹੜੀ ਤਸਵੀਰ ਪਹਿਲੀ ਬਣਾਈ ਹੋਈ ਸੀਗੀ ਉਹ ਛਵੀ ਤਿਆਰ ਕਰਨ ਲਈ ਟਾਈਮ ਲੱਗਦਾ ਹੈ, ਪਰ ਉਹ ਤਿਆਰ ਹੋ ਜਾਂਦੀ ਹੈ। ਇਸੇ ਤਰ੍ਹਾਂ ਪਰਮੇਸ਼ਵਰ ਨੇ ਵੀ ਸਾਡੀ ਛਵੀ ਸਹੀ ਕਰਨ ਲਈ ਆਪਣੇ ਪੁੱਤਰ ਯਿਸੂ ਮਸੀਹ ਨੂੰ ਘੱਲਿਆ ਅਤੇ ਉਸਨੇ ਆਪਣੇ ਖੂਨ ਦੇ ਦੁਆਰਾ ਇਸ ਛਵੀ ਨੂੰ ਸਵਾਰਨਾ ਸ਼ੁਰੂ ਕਰ ਦਿੱਤਾ। ਅਤੇ ਇਹੀ ਪਰਮੇਸ਼ਵਰ ਦੀ ਇੱਕ ਯੋਜਨਾ ਹੈ ਸਾਡੀ ਜ਼ਿੰਦਗੀਆਂ ਲਈ ਕਿ ਅਸੀਂ ਪ੍ਰਭੂ ਯਿਸੂ ਮਸੀਹ ਦੀ ਛਵੀ ਜੋ ਸਾਡੀ ਜ਼ਿੰਦਗੀ 'ਚ ਹੈ ਉਹ ਕੀ ਦੁਬਾਰਾ ਉਤਪੰਨ ਹੋ ਜਾਵੇ ਅਤੇ ਉਹ ਚੰਗੀ ਹੋ ਜਾਵੇ। ਅਤੇ ਅਸੀਂ ਪੜ੍ਹਦੇ ਹਾਂ ਫਿਲਿੱਪੀਆਂ ਦੇ ਖੱਤ ਉਸਦਾ ਪਹਿਲਾ ਅਧਿਆਇ ਉਹਦੀ 6 ਆਇਤ ਵਿੱਚ, ਉਹਦੇ ਵਿੱਚ ਪੌਲੁਸ ਲਿਖਦਾ ਹੈ ਕਿ ਜਿਸ ਨੇ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਚੰਗੇ ਕੰਮ ਨੂੰ ਆਰੰਭਿਆ ਉਸ ਨੇ ਪ੍ਰਭੂ ਦੇ ਦਿਨ ਇਸ ਕੰਮ ਨੂੰ ਸਮਾਪਿਤ ਕਰ ਦੇਣਾ ਹੈ। ਉਸ ਦਾ ਮਤਲਬ ਇਹ ਹੈ ਕਿ ਜਿਸ ਦਿਨ ਪ੍ਰਭੂ ਯਿਸੂ ਮਸੀਹ ਆਉਂਦਾ ਹੈ ਉਸ ਦਿਨ ਤੁਹਾਡੀ ਛਵੀ ਕੀ ਖਰੀ ਹੋ ਜਾਵੇਗੀ, ਜਿਵੇਂ ਕਿ ਆਦਮ ਦੀ ਛਵੀ ਸੀ ਪਾਪ ਤੋਂ ਡਿੱਗਣ ਤੋਂ ਪਹਿਲਾਂ। ਇਹੀ ਅਸੀਂ ਗੱਲ ਦੇਖਦੇ ਹਾਂ ਕਿ ਜੇ ਅਸੀਂ ਪਰਮੇਸ਼ਵਰ ਦੇ ਵਾਂਗਰ ਪਰਮੇਸ਼ਵਰ ਦੀ ਛਵੀ ਦੇ ਵਿੱਚ ਅੱਗੇ ਵਧਣਾ ਚਾਹੁੰਦੇ ਹਾਂ, ਕਿਉਂਕਿ ਪਰਮੇਸ਼ਵਰ ਦਾ ਆਤਮਾ ਸਾਡੀ ਜ਼ਿੰਦਗੀਆਂ 'ਚ ਉਹ ਛਵੀ ਨੂੰ ਤਿਆਰ ਕਰਨਾ ਆਉਂਦਾ ਹੈ ਅਤੇ ਪਰਮੇਸ਼ਵਰ ਦਾ ਆਤਮਾ ਸਾਨੂੰ ਕਹਿੰਦਾ ਹੈ ਕਿ ਤੂੰ ਹੁਣ ਪਰਮੇਸ਼ਵਰ ਦੇ ਕੰਮ ਕਰ। ਅਤੇ ਜਿਵੇਂ ਹੀ ਅਸੀਂ ਪਰਮੇਸ਼ਵਰ ਦੇ ਕੰਮਾਂ 'ਚ ਅੱਗੇ ਵਧਦੇ ਹਾਂ ਉਹ ਛਵੀ ਕੀ ਨਿਖਰਦੀ ਰਹਿੰਦੀ ਹੈ। ਇਹ ਤੋਂ ਪਤਾ ਲੱਗਦਾ ਹੈ ਕਿ ਛਵੀ ਨਿਖਰ ਰਹੀ ਹੈ, ਸਾਡੀ ਇੱਕ ਸਮਝ ਚੰਗੀ ਹੋ ਰਹੀ ਆ, ਸਾਨੂੰ ਪਰਮੇਸ਼ਵਰ ਦੇ ਗਿਆਨ ਜੋ ਹੈ ਜਾਂ ਪਰਮੇਸ਼ਵਰ ਦੀ ਸਮਝ ਜੋ ਹੈ ਜਾਂ ਪਰਮੇਸ਼ਵਰ ਦੇ ਵਚਨ ਦਾ ਗਿਆਨ ਹੈ ਉਹਦੇ ਵਿੱਚ ਕੀ ਅਸੀਂ ਅੱਗੇ ਵੱਧਦੇ ਜਾਂਦੇ ਹਾਂ। ਸਾਡੀ ਸਮਝ ਡੂੰਘੀ ਹੁੰਦੀ ਜਾਂਦੀ ਹੈ ਅਤੇ ਹੋਰ ਵੱਧਦੀ ਰਹਿੰਦੀ ਹੈ ਅਤੇ ਉਸ ਦੇ ਕਾਰਨ ਸਾਡੀ ਜ਼ਿੰਦਗੀਆਂ 'ਚ ਬਹੁਤ ਤਬਦੀਲੀ ਆਉਣ ਲੱਗ ਪੈਂਦੀ ਹੈ। ਅਤੇ ਜਦੋਂ ਅਸੀਂ ਪਾਪ 'ਚ ਫਸੇ ਹੁੰਦੇ ਸੀ ਸਾਡੇ ਕੰਮ ਭੈੜੇ ਹੁੰਦੇ ਸੀ, ਹਾਲਾਂਕਿ ਲੋਕਾਂ ਨੂੰ ਸਾਡੇ ਬਾਰੇ ਨਹੀਂ ਸੀ ਪਤਾ। ਕਈ ਕੰਮ ਅਸੀਂ ਸੀਕਰੇਟ ਵਿੱਚ ਕਰਦੇ ਸੀ, ਅਸੀਂ ਲੁੱਕ ਕੇ ਕਰਦੇ ਸੀਗੇ ਜੋ ਕਿ ਕਈ ਲੋਕਾਂ ਨੂੰ ਨਹੀਂ ਸੀ ਪਤਾ, ਪਰ ਪਰਮੇਸ਼ਵਰ ਉਹਨਾਂ ਕੰਮਾਂ ਨੂੰ ਦੇਖਦਾ ਸੀ। ਇਸੇ ਲਈ ਹੁਣ ਸਾਡੇ ਕੰਮ ਚੰਗੇ ਹੋ ਗਏ, ਚਾਹੇ ਕੋਈ ਦੇਖੇ ਚਾਹੇ ਨਾ ਦੇਖੇ, ਸਾਡੇ ਕੰਮ ਪਰਮੇਸ਼ਵਰ ਦੇਖਦਾ ਹੈ ਅਤੇ ਉਹ ਚਾਹੁੰਦਾ ਹੈ ਕਿ ਜੇ ਅਸੀਂ ਕਹਿੰਦੇ ਹਾਂ ਅਸੀਂ ਮਸੀਹ ਹਾਂ ਅਤੇ ਸਾਨੂੰ ਇੱਕ ਦੂਸਰੇ ਨੂੰ ਮਾਫ਼ ਕਰਨ ਦੀ ਲੋੜ ਹੈ ਅਤੇ ਪਰਮੇਸ਼ਵਰ ਦੇ ਪ੍ਰੇਮ ਵਿੱਚ ਅਤੇ ਪਰਮੇਸ਼ਵਰ ਦੇ ਪ੍ਰੇਮ ਨੂੰ ਆਪਣੀ ਜ਼ਿੰਦਗੀ 'ਚ ਲਿਆ ਕੇ ਦੂਜਿਆਂ ਨੂੰ ਪ੍ਰੇਮ ਕਰਨ ਦੀ ਲੋੜ ਹੈ। ਅਤੇ ਇਹ ਦੋ ਜੋ ਇੱਕ ਹਿਦਾਇਤਾਂ ਪੌਲੁਸ ਦਿੰਦਾ ਹੈ ਜੋ ਕਿ ਮਸੀਹ ਦਾ ਇੱਕ ਹੁਕਮ ਹੈ। ਮਸੀਹ ਦਾ ਹੁਕਮ ਹੈ ਕਿ ਸਾਨੂੰ ਇੱਕ ਦੂਜੇ ਨਾਲ ਪ੍ਰੇਮ ਕਰਨਾ ਚਾਹੀਦਾ ਹੈ ਅਤੇ ਸਾਨੂੰ ਇੱਕ ਦੂਸਰੇ ਨੂੰ ਮਾਫ਼ ਕਰਨਾ ਚਾਹੀਦਾ ਹੈ। ਅਤੇ ਅਸੀਂ ਦੇਖਦੇ ਹਾਂ ਪਹਿਲਾਂ ਮਾਫ਼ੀ ਦੀ ਗੱਲ, ਜਿਵੇਂ ਪੌਲੁਸ ਕਹਿੰਦਾ ਹੈ ਕਿ ਤੁਹਾਨੂੰ ਮਸੀਹ ਵਿੱਚ ਮਾਫ਼ ਕੀਤਾ ਗਿਆ, ਉਸੇ ਤਰ੍ਹਾਂ ਤੁਸੀਂ ਵੀ ਇੱਕ ਦੂਸਰੇ ਨੂੰ ਮਾਫ਼ ਕਰੋ। ਮੱਤੀ ਦੀ ਇੰਜੀਲ ਉਸਦਾ 6 ਅਧਿਆਇ ਉਸਦੀ 12 ਆਇਤ ਵਿੱਚ ਅਸੀਂ ਪੜ੍ਹਦੇ ਹਾਂ ਉਹ ਪ੍ਰਾਰਥਨਾ ਜੋ ਅਸੀਂ ਕਰਦੇ ਹਾਂ ਮਸੀਹ ਪ੍ਰਾਰਥਨਾ, ਉਹਦੇ ਵਿੱਚ ਉਹ ਕਹਿੰਦਾ ਹੈ ਕਿ ਹੇ ਪ੍ਰਭੂ ਸਾਡੇ ਪਾਪਾਂ ਨੂੰ ਮਾਫ਼ ਕਰ ਜਿਵੇਂ ਕਿ ਅਸੀਂ ਦੂਸਰਿਆਂ ਦੇ ਪਾਪਾਂ ਨੂੰ ਮਾਫ਼ ਕਰਦੇ ਹਾਂ। ਕਿੰਨੀ ਇੱਕ ਸੋਚਣ ਵਾਲੀ ਗੱਲ ਹੈ, ਜੇ ਪ੍ਰਭੂ ਸਾਨੂੰ ਮਾਫ਼ ਕਰਦਾ ਹੈ ਤਾਂ ਸਾਨੂੰ ਦੂਸਰਿਆਂ ਲੋਕਾਂ ਨੂੰ ਵੀ ਮਾਫ਼ ਕਰਨ ਦੀ ਲੋੜ ਹੈ। ਅਤੇ ਜੇ ਸਾਡੀ ਜ਼ਿੰਦਗੀ 'ਚ ਮਾਫ਼ੀ ਨਹੀਂ ਹੈ, ਜੇ ਸਾਡੀ ਜ਼ਿੰਦਗੀਆਂ 'ਚ ਕੁੜੱਤਣ ਹੈ ਅਤੇ ਅਸੀਂ ਉਹ ਕੁੜੱਤਣ ਦੇ ਕਰਕੇ ਆਪਣੇ ਆਪ ਨੂੰ ਕਿਤੇ ਨਾ ਕਿਤੇ ਖਰਾਬ ਕਰ ਲੈਂਦੇ ਹਾਂ, ਸਾਡੀ ਸ਼ਾਂਤੀ ਚਲੀ ਜਾਂਦੀ ਹੈ। ਜਿਸ ਇਨਸਾਨ ਨੇ ਤੁਹਾਨੂੰ ਕੋਈ ਬੁਰਾ ਕਿਹਾ ਹੈ ਜਾਂ ਤੁਹਾਡੇ ਖਿਲਾਫ ਬੁਰਾ ਕੀਤਾ ਹੈ ਉਹ ਤਾਂ ਬੁਰਾ ਕਰਕੇ ਚਲਾ ਗਿਆ, ਪਰ ਜੇ ਤੁਸੀਂ ਉਸ ਇਨਸਾਨ ਨੂੰ ਮਾਫ਼ ਨਹੀਂ ਕਰ ਸਕਦੇ ਅਤੇ ਕਿਤੇ ਨਾ ਕਿਤੇ ਉਹ ਇਨਸਾਨ ਹਾਲੇ ਵੀ ਤੁਹਾਡੀ ਜ਼ਿੰਦਗੀਆਂ 'ਚ ਉਹੀ ਕੰਮ ਕਰ ਰਿਹਾ ਹੈ ਜੋ ਉਸਨੇ ਪਹਿਲਾਂ ਕੀਤਾ ਸੀ। ਉਹ ਹਾਲੇ ਵੀ ਤੁਹਾਨੂੰ ਖਰਾਬ ਕਰ ਰਿਹਾ ਹੈ ਅਤੇ ਉਹਨਾਂ ਨੂੰ ਤੁਸੀਂ ਆਪਣੀ ਜ਼ਿੰਦਗੀ 'ਚ ਆਉਣ ਲਈ ਇੱਕ ਸੱਦਾ ਦਿੰਦੇ ਹੋ। ਇਸ ਲਈ ਉਹਨਾਂ ਇਨਸਾਨਾਂ ਨੂੰ ਮਾਫ਼ ਕਰ ਦਿਓ, ਜਿੱਥੇ ਮਾਫ਼ੀ ਦੀ ਲੋੜ ਹੈ ਉਹਨਾਂ ਨੂੰ ਮਾਫ਼ ਕਰ ਦੇਵੋ। ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਜਾ ਕੇ ਲੋਕਾਂ ਨਾਲ ਫਰੈਂਡਸ਼ਿਪ ਕਰੋ ਜਾਂ ਜਿਹੜਿਆਂ ਲੋਕਾਂ ਨੇ ਤੁਹਾਡੇ ਨਾਲ ਗਲਤ ਕੀਤਾ ਸੀਗਾ ਜਾਂ ਕਿਸੇ ਨੇ ਤੁਹਾਨੂੰ ਬਿਜ਼ਨਸ ਵਿੱਚ ਠੱਗੀ ਕੀਤੀ ਜਾਂ ਕਿਸੇ ਦੋਸਤ ਨੇ ਤੁਹਾਨੂੰ ਅੱਧ ਵਿਚਕਾਰ ਛੱਡ ਦਿੱਤਾ ਅਤੇ ਉਸਦੇ ਕਰਕੇ ਤੁਹਾਡਾ ਕਈ ਵਾਰੀ ਨੁਕਸਾਨ ਹੋ ਗਿਆ ਜਾਂ ਕਈ ਇੱਦਾਂ ਦੇ ਲੋਕ ਹੁੰਦੇ ਹਨ ਤੁਹਾਨੂੰ ਬੁਰਾ ਕਹਿੰਦੇ ਹਨ ਅਤੇ ਤੁਸੀਂ ਮੈਂ ਇਹ ਨਹੀਂ ਕਹਿੰਦਾ ਕਿ ਉਹਨਾਂ ਨਾਲ ਜਾ ਕੇ ਤੁਸੀਂ ਫਰੈਂਡਸ਼ਿਪ ਕਰੋ। ਮੈਂ ਇਹ ਕਹਿੰਦਾ ਹਾਂ ਉਹਨਾਂ ਨੂੰ ਆਪਣੀ ਜ਼ਿੰਦਗੀ 'ਚ ਤੁਸੀਂ ਮਾਫ਼ ਕਰ ਦਿਓ। ਜੋ ਉਹਨਾਂ ਨੇ ਤੁਹਾਡਾ ਕੀਤਾ ਉਹ ਚੰਗਾ ਨਹੀਂ ਸੀ, ਪਰ ਤੁਸੀਂ ਉਹਨਾਂ ਨੂੰ ਆਪਣੇ ਦਿਲਾਂ 'ਚੋਂ ਮਾਫ਼ ਕਰ ਦਿਓ। ਹਾਲਾਂਕਿ ਤੁਸੀਂ ਉਹਨਾਂ ਲੋਕਾਂ ਨਾਲ ਦੁਬਾਰਾ ਨਾ ਮਿਲੋ। ਇਹ ਗੱਲ ਅਸੀਂ ਕਰਦੇ ਹਾਂ। ਜੇ ਉਹਨਾਂ ਲੋਕਾਂ ਨੂੰ ਤੁਸੀਂ ਮਿਲਦੇ ਹੋ, ਜੇ ਉਹ ਤੁਹਾਨੂੰ ਰਾਹ ਵਿੱਚ ਦੇਖਦੇ ਹਨ ਅਤੇ ਉਹਨਾਂ ਨੂੰ ਤੁਸੀਂ ਹੈਲੋ ਕਹਿ ਦਿਓ, ਉਹਨਾਂ ਲਈ ਪ੍ਰਾਰਥਨਾ ਕਰੋ, ਪਰ ਜ਼ਰੂਰੀ ਨਹੀਂ ਹੈ ਕਿ ਤੁਸੀਂ ਉਹਨਾਂ ਨਾਲ ਇੱਕ ਰਿਸ਼ਤਾ ਕਾਇਮ ਕਰੋ ਜੋ ਜਿੱਦਾਂ ਦਾ ਪਹਿਲਾਂ ਹੁੰਦਾ ਸੀਗਾ। ਇਹ ਜ਼ਰੂਰੀ ਨਹੀਂ ਆ। ਪਰ ਜੇ ਕੋਈ ਤੁਹਾਡੇ ਕੋਲ ਇੱਕ ਤੌਬਾ ਦੇ ਨਾਲ ਆਉਂਦਾ ਹੈ, ਜਿਵੇਂ ਕਿ ਅਸੀਂ ਦੇਖਦੇ ਹਾਂ
ਲੂਕਾ ਦੀ ਇੰਜੀਲ ਉਸ ਦਾ 15 ਅਧਿਆਇ ਉਹਦੇ ਵਿੱਚ ਜਦੋਂ ਗੁਆਚਾ ਹੋਇਆ ਪੁੱਤਰ ਵਾਪਸ ਆਇਆ ਅਤੇ ਉਸਨੇ ਆਪਣੇ ਪਿਤਾ ਤੋਂ ਆ ਕੇ ਮਾफ़ੀ ਮੰਗੀ, ਅਤੇ ਜਦੋਂ ਉਸਨੇ ਪਿਤਾ ਕੋਲ ਆ ਕੇ ਮਾफ़ੀ ਮੰਗੀ ਫਿਰ ਉਸ ਦੇ ਪਿਤਾ ਨੇ ਉਸਨੂੰ ਸਵੀਕਾਰ ਕਰ ਲਿਆ ਅਤੇ ਉਸਨੂੰ ਆਪਣੇ ਘਰ ਵਿੱਚ ਲੈ ਆਂਦਾ ਅਤੇ ਉਸ ਨੂੰ ਪ੍ਰੇਮ ਕੀਤਾ ਅਤੇ ਉਸਨੂੰ ਮਾफ़ ਕੀਤਾ। ਇਹਨਾਂ ਚੀਜ਼ਾਂ ਤੋਂ ਅਸੀਂ ਕੀ ਸਿੱਖਦੇ ਹਾਂ ਕਿ ਸਾਨੂੰ ਮਾफ़ ਕਰਨ ਦੀ ਲੋੜ ਹੈ। ਮਾफ़ੀ ਕਿੱਦਾਂ ਕਰੀਏ? ਆਪਣੇ ਦਿਲਾਂ 'ਚੋਂ ਉਹ ਗੱਲਾਂ ਨੂੰ ਭੁਲਾ ਦਈਏ ਜੋ ਕਿ ਕਿਸੇ ਨੇ ਸਾਡੇ ਖਿਲਾਫ ਕੀਤੀਆਂ ਸਨ। ਹਾਲਾਂਕਿ ਉਹ ਜੋ ਗੱਲਾਂ ਹੁੰਦੀਆਂ ਹਨ, ਜਾਂ ਕਿਸੇ ਨੇ ਤੁਹਾਡੇ ਨਾਲ ਠੱਗੀ ਕੀਤੀ ਹੈ, ਜਾਂ ਕਿਸੇ ਨੇ ਤੁਹਾਨੂੰ ਬੁਰਾ ਕਿਹਾ ਹੈ, ਜਾਂ ਤੁਹਾਡੇ ਖਿਲਾਫ ਚੁਗਲੀ ਕੀਤੀ ਹੈ, ਸ਼ਾਇਦ ਉਹ ਗੱਲਾਂ ਤੁਹਾਨੂੰ ਨਾ ਭੁੱਲਣ, ਪਰ ਉਸ ਦਾ ਇੱਕ ਜੋ ਹਰਟ ਹੁੰਦਾ ਹੈ, ਉਸ ਦੀ ਇੱਕ ਠੋਸ ਹੁੰਦੀ ਹੈ, ਉਹਨਾਂ ਨੂੰ ਤੁਸੀਂ ਆਪਣੇ ਦਿਲ 'ਚੋਂ ਭੁਲਾ ਸਕਦੇ ਹੋ, ਉਹਨਾਂ ਨੂੰ ਮਾफ़ ਕਰਕੇ ਅਤੇ ਉਹਨਾਂ ਲਈ ਪ੍ਰਾਰਥਨਾ ਕਰਕੇ। ਅਤੇ ਇੱਕ ਸਿਆਣੇ ਬੰਦੇ ਬਣ ਕੇ, ਸਿਆਣੇ ਲੋਕ ਬਣ ਕੇ ਅਸੀਂ ਇਹਨਾਂ ਗੱਲਾਂ ਤੋਂ ਇੱਕ ਸਿੱਖਿਆ ਵੀ ਲੈ ਸਕਦੇ ਹਾਂ ਕਿ ਸ਼ਾਇਦ ਸਾਡੀ ਜ਼ਿੰਦਗੀ 'ਚ ਕੋਈ ਕਮੀ ਹੋਵੇਗੀ ਕਿ ਜਿਸ ਨਾਲ ਲੋਕਾਂ ਨੇ ਸਾਨੂੰ ਇੱਦਾਂ ਦਾ ਵਿਵਹਾਰ ਕੀਤਾ। ਪਰ ਚਰਚਾਂ ਦੇ ਵਿੱਚ, ਕਲੀਸਿਆਵਾਂ ਦੇ ਵਿੱਚ ਮਾफ़ੀ ਹੋਣਾ ਬਹੁਤ ਹੀ ਜ਼ਰੂਰੀ ਹੈ। ਹੁਣ ਇਹ ਤਾਂ ਗੱਲ ਕਰਦਾ ਸੀ ਮੈਂ ਜੋ ਬਾਹਰਲੇ ਲੋਕਾਂ ਲਈ। ਹੁਣ ਚਰਚ ਵਿੱਚ ਜੇ ਕੋਈ ਸਾਨੂੰ ਮਿਲਦਾ ਹੈ, ਸਾਡੀ ਕਲੀਸਿਆਵਾਂ ਦੇ ਵਿੱਚ ਜੋ ਲੋਕ ਹੁੰਦੇ ਹਨ, ਕਈ ਵਾਰੀ ਉਹ ਵੀ ਸਾਨੂੰ ਬੁਰਾ ਕਹਿ ਸਕਦੇ ਹਾਂ ਜਾਂ ਅਸੀਂ ਉਹਨਾਂ ਨੂੰ ਬੁਰਾ ਕਹਿ ਸਕਦੇ ਹਾਂ। ਇਸ ਕਰਕੇ ਅਸੀਂ ਪੜ੍ਹਦੇ ਹਾਂ ਬਾਈਬਲ ਦੇ ਵਿੱਚ ਬਾਰ-ਬਾਰ ਪ੍ਰਭੂ ਕਹਿੰਦਾ ਹੈ ਕਿ ਜੇ ਤੁਹਾਡੇ ਖਿਲਾਫ ਕਿਸੇ ਇਨਸਾਨ ਦੇ ਜ਼ਿੰਦਗੀ ਦੇ ਵਿੱਚ ਕੋਈ ਗੱਲ ਹੈ, ਤੁਸੀਂ ਆਪਣੇ ਤੋਹਫੇ ਨੂੰ ਹੈਕਲ ਦੇ ਵਿੱਚ ਛੱਡ ਕੇ ਪਹਿਲਾਂ ਆਪਣੇ ਭਰਾ ਨਾਲ, ਆਪਣੀ ਭੈਣ ਦੇ ਨਾਲ ਸੁਲਾਹ ਕਰਨ ਜਾਓ ਅਤੇ ਫਿਰ ਆ ਕੇ ਆਪਣੇ ਤੋਹਫੇ ਨੂੰ ਮੇਰੇ ਮੂਹਰੇ ਰੱਖੋ, ਕਿਉਂਕਿ ਪ੍ਰਭੂ ਕੁਰਬਾਨੀ ਤੋਂ ਜ਼ਿਆਦਾ ਆਗਿਆਕਾਰੀ ਨੂੰ ਮੰਨਦਾ ਹੈ ਅਤੇ ਉਹ ਚਾਹੁੰਦਾ ਹੈ ਕਿ ਅਸੀਂ ਆਗਿਆਕਾਰੀ ਬਣੀਏ, ਅਸੀਂ ਇੱਕ ਦੂਸਰੇ ਨੂੰ ਮਾਫ਼ ਕਰੀਏ। ਚਰਚਾਂ ਦੇ ਵਿੱਚ, ਕਲੀਸਿਆਵਾਂ ਦੇ ਵਿੱਚ ਸਾਨੂੰ ਮਾਫ਼ ਕਰਨਾ ਚਾਹੀਦਾ ਹੈ ਅਤੇ ਸਾਨੂੰ ਇੱਕ ਚੰਗਾ ਰਿਲੇਸ਼ਨਸ਼ਿਪ ਲੋਕਾਂ ਨਾਲ ਰੱਖਣਾ ਚਾਹੀਦਾ। ਸਪੈਸ਼ਲੀ ਤੁਹਾਡੇ ਸਥਾਨਕ ਚਰਚ ਵਿੱਚ, ਲੋਕਲ ਚਰਚ ਦੇ ਵਿੱਚ ਇਹ ਗੱਲਾਂ ਹੋਣੀਆਂ ਚਾਹੀਦੀਆਂ ਹਨ। ਅਤੇ ਜਦੋਂ ਇਹ ਗੱਲਾਂ ਨਹੀਂ ਹੁੰਦੀਆਂ ਤਾਂ ਫਿਰ ਚਰਚ ਦੀ ਇੱਕ ਜੋ ਸ਼ਾਂਤੀ ਹੁੰਦੀ ਹੈ ਉਹ ਭੰਗ ਹੋ ਜਾਂਦੀ ਹੈ ਅਤੇ ਇਹ ਚੰਗੀਆਂ ਗੱਲਾਂ ਨਹੀਂ ਹੁੰਦੀਆਂ, ਕਿਉਂਕਿ ਪਰਮੇਸ਼ਵਰ ਸ਼ਾਂਤੀ ਦਾ ਰਾਜਾ ਹੈ ਅਤੇ ਉਹ ਸ਼ਾਂਤੀ ਸਾਡੀ ਜ਼ਿੰਦਗੀ 'ਚ ਮਾਫ਼ੀ ਦੇ ਜ਼ਰੀਏ ਲੈ ਕੇ ਆਉਂਦਾ ਹੈ। ਇਸੇ ਲਈ ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਚਰਚ ਦੀ ਸ਼ਾਂਤੀ ਨੂੰ ਭੰਗ ਨਾ ਕਰੀਏ, ਪਰ ਇੱਕ ਦੂਸਰੇ ਨੂੰ ਮਾਫ਼ ਕਰ ਦਈਏ। ਅਤੇ ਬਾਈਬਲ ਸਾਨੂੰ ਦੱਸਦੀ ਹੈ ਕਿ ਕਹਾਵਤਾਂ ਦੀ ਕਿਤਾਬ 'ਚ ਅਸੀਂ ਪੜ੍ਹਦੇ ਹਾਂ ਕਿ ਬਹੁਤ ਪ੍ਰੇਮ ਜੋ ਹੁੰਦਾ ਹੈ ਉਹ ਕਈ ਪਾਪਾਂ ਨੂੰ ਲੁਕਾ ਦਿੰਦਾ ਹੈ, ਉਹ ਕਈ ਗੁਨਾਹਾਂ ਨੂੰ ਛੁਪਾ ਦਿੰਦਾ ਹੈ। ਉਹ ਕਿਵੇਂ? ਜਦੋਂ ਕੋਈ ਤੁਹਾਡੇ ਖਿਲਾਫ ਗੁਨਾਹ ਕਰਦਾ ਹੈ, ਕੋਈ ਤੁਹਾਨੂੰ ਬੁਰਾ ਕਹਿੰਦਾ ਹੈ ਜਾਂ ਕੁਛ ਵੀ ਗਲਤੀ ਹੋ ਜਾਂਦੀ ਹੈ, ਕਈ ਵਾਰੀ ਕਿਸੇ ਕੋਲ ਕਈ ਵਾਰੀ ਲੋਕ ਗੱਲਾਂ ਕਹਿੰਦੇ ਹਨ ਜਿਹੜੀਆਂ ਚੰਗੀਆਂ ਨਹੀਂ ਹੁੰਦੀਆਂ, ਹਾਲਾਂਕਿ ਉਹਨਾਂ ਦਾ ਕੋਈ ਮਕਸਦ ਨਹੀਂ ਹੁੰਦਾ ਕੋਈ ਬੁਰੀ ਗੱਲ ਕਹਿਣਾ, ਪਰ ਕਈ ਵਾਰੀ ਇੱਕ ਇਨਸਾਨ ਦੇ ਮੂੰਹੋਂ ਇੱਦਾਂ ਦੀ ਗੱਲ ਨਿਕਲ ਜਾਂਦੀ ਹੈ ਜੋ ਕਿ ਇੱਕ ਠੇਸ ਦਾ ਕਾਰਨ ਬਣ ਜਾਂਦੀ ਹੈ। ਸਾਨੂੰ ਮਾਫ਼ ਕਰਨਾ ਚਾਹੀਦਾ ਉਹਨਾਂ ਨੂੰ, ਸਾਨੂੰ ਉਹਨਾਂ ਦੇ ਪਾਪ ਨੂੰ ਨਜ਼ਰਅੰਦਾਜ਼ ਕਰ ਦੇਣਾ ਚਾਹੀਦਾ ਹੈ। ਜਿਵੇਂ ਕਿ ਪ੍ਰਭੂ ਨੇ ਸਾਡੇ ਪਾਪਾਂ ਨੂੰ ਲੁਕਾ ਲਿਆ ਪ੍ਰਭੂ ਯਿਸੂ ਮਸੀਹ ਦੇ ਖੂਨ ਵਿੱਚ, ਉਵੇਂ ਹੀ ਸਾਨੂੰ ਉਹਨਾਂ ਦੀ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਤੇ ਉਹਨਾਂ ਦੇ ਪਾਪਾਂ ਨੂੰ ਮਾਫ਼ ਕਰ ਦੇਣਾ ਚਾਹੀਦਾ ਹੈ। ਅਤੇ ਗਲਾਤੀਆਂ ਦੇ ਖੱਤ ਵਿੱਚ ਪੌਲੁਸ ਕਹਿੰਦਾ ਹੈ, ਫਿਰ ਉਹਦਾ ਗਲਾਤੀਆਂ ਦਾ ਖੱਤ ਅਤੇ 6 ਅਧਿਆਇ ਅਤੇ 1 ਆਇਤ ਵਿੱਚ ਉਹ ਕਹਿੰਦਾ ਹੈ, ਇਹ ਭਰਾਵੋ, ਜੇ ਤੁਹਾਡੇ ਵਿੱਚ ਕੋਈ ਵੀ ਪਾਪ 'ਚ ਫਸ ਗਿਆ ਹੈ ਅਤੇ ਤੁਸੀਂ ਉਸ ਨੂੰ ਕੋਮਲਤਾ ਦੇ ਵਿੱਚ ਹੋ ਕੇ ਦੁਬਾਰਾ ਅਪਣਾ ਲਵੋ ਅਤੇ ਆਪਣੇ ਦਿਲਾਂ ਨੂੰ ਵੀ ਜਾਂਚਦੇ ਰਹੋ ਕਿ ਤੁਸੀਂ ਵੀ ਭਰਮਾਵੇ ਵਿੱਚ ਨਾ ਪੈ ਜਾਵੋ। ਜਦੋਂ ਸਾਡੀ ਜ਼ਿੰਦਗੀ 'ਚ ਮਾਫ਼ੀ ਨਹੀਂ ਹੁੰਦੀ ਅਤੇ ਅਸੀਂ ਭਰਮਾਵੇ ਵਿੱਚ ਪੈ ਜਾਂਦੇ ਹਾਂ ਅਤੇ ਸਾਡੇ ਦਿਲਾਂ ਵਿੱਚ ਕੁੜੱਤਣ ਪੈਦਾ ਹੋ ਜਾਂਦੀ ਹੈ ਅਤੇ ਸਾਡੇ ਦਿਲ ਕਠੋਰ ਹੋ ਜਾਂਦੇ ਹਨ। ਜਦੋਂ ਦਿਲ ਕਠੋਰ ਹੋ ਗਿਆ ਉਦੋਂ ਮਾਫ਼ੀ ਕਰਨਾ ਬਹੁਤ ਹੀ ਮੁਸ਼ਕਿਲ ਹੋ ਜਾਂਦਾ ਹੈ। ਮਾਫ਼ ਕਰਨਾ ਮੁਸ਼ਕਿਲ ਹੁੰਦਾ ਹੈ ਅਤੇ ਸਾਡੀ ਸ਼ਾਂਤੀ ਭੰਗ ਹੋ ਜਾਂਦੀ ਹੈ ਅਤੇ ਸਾਡਾ ਜੋ ਇੱਕ ਮਸੀਹ ਦੇ ਉੱਤੇ ਜੋ ਇੱਕ ਸਾਡੀ ਨਜ਼ਰ ਹੁੰਦੀ ਹੈ ਉਹ ਵੀ ਕਿਤੇ ਨਾ ਕਿਤੇ ਖਰਾਬ ਹੋ ਜਾਂਦੀ ਹੈ ਅਤੇ ਅਸੀਂ ਮਸੀਹ ਨੂੰ ਦੇਖਣਾ ਬੰਦ ਕਰ ਦਿੰਦੇ ਹਾਂ ਅਤੇ ਲੋਕਾਂ ਦੇ ਗੁਨਾਹਾਂ ਨੂੰ ਜ਼ਿਆਦਾ ਅਹਿਮੀਅਤ ਦੇਣਾ ਸ਼ੁਰੂ ਕਰ ਦਿੰਦੇ ਹਾਂ ਅਤੇ ਇਹ ਚੰਗੀਆਂ ਗੱਲਾਂ ਨਹੀਂ ਹੁੰਦੀਆਂ। ਇਸੇ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਇੱਕ ਦੂਸਰੇ ਨੂੰ ਮਾਫ਼ ਕਰ ਦਈਏ ਤਾਂ ਕਿ ਪ੍ਰਭੂ ਯਿਸੂ ਮਸੀਹ ਸਾਡੀ ਜ਼ਿੰਦਗੀ 'ਚ ਕੰਮ ਕਰਦਾ ਰਹੇ। ਅਤੇ ਫਿਰ ਪੜ੍ਹਦੇ ਹਾਂ ਅਸੀਂ ਮੱਤੀ ਦੀ ਇੰਜੀਲ ਉਸਦਾ 11 ਅਧਿਆਇ ਅਤੇ ਉਸਦੀ 28 ਆਇਤ ਵਿੱਚ ਅਤੇ ਉਸਦੀ 29 ਆਇਤ ਵਿੱਚ ਪ੍ਰਭੂ ਕਹਿੰਦਾ ਹੈ ਕਿ ਹੇ ਭਾਰ ਹੇਠਾਂ ਦੱਬੇ ਹੋਏ ਲੋਕੋ ਮੇਰੇ ਕੋਲ ਆਵੋ, ਮੈਂ ਤੁਹਾਨੂੰ ਆਰਾਮ ਦੇਵਾਂਗਾ।
ਹੁਣ ਕਈ ਵਾਰੀ ਅਸੀਂ ਇਹ ਆਇਤ ਨੂੰ ਪੜ੍ਹਦੇ ਹਾਂ ਅਤੇ ਸਾਨੂੰ ਲੱਗਦਾ ਹੈ ਕਿ ਇਹ ਉਹ ਗੱਲ ਕਰ ਰਿਹਾ ਹੈ ਕਿ ਮੇਰੇ ਕੋਲ ਆਓ, ਮੈਂ ਤੁਹਾਨੂੰ ਇੱਕ ਚੰਗੀ ਸਿਹਤ ਦੇਵਾਂਗਾ ਜਾਂ ਤੁਹਾਨੂੰ ਚੰਗੀ ਨੌਕਰੀ ਦੇ ਦੇਵਾਂਗਾ। ਇਹ ਆਇਤ ਦਾ ਮਤਲਬ ਇਹ ਨਹੀਂ ਹੈ ਜ਼ਰੂਰੀ। ਇਸ ਆਇਤ ਦਾ ਮਤਲਬ ਇਹ ਹੈ ਕਿ ਜੇ ਤੁਸੀਂ ਪਾਪ ਦੇ ਭਾਰ ਹੇਠਾਂ ਦੱਬੇ ਹੋਏ ਹੋ, ਮੇਰੇ ਕੋਲ ਆਓ, ਮੈਂ ਤੁਹਾਡੇ ਭਾਰ ਨੂੰ ਹੌਲਾ ਕਰ ਦੇਵਾਂਗਾ ਅਤੇ ਮੈਂ ਤੁਹਾਡਾ ਭਾਰ ਚੁੱਕ ਲਵਾਂਗਾ ਅਤੇ ਤੁਹਾਨੂੰ ਸ਼ਾਂਤੀ ਦੇਵਾਂਗਾ। ਪ੍ਰਭੂ ਕਹਿੰਦਾ ਹੈ ਸਾਨੂੰ ਇਹਨਾਂ ਆਇਤਾਂ ਵਿੱਚ, ਜੇ ਤੁਸੀਂ ਭਾਰ ਦੇ ਹੇਠਾਂ ਦੱਬੇ ਹੋਏ ਹੋ, ਕਿਸੇ ਨੂੰ ਮਾਫ਼ ਨਹੀਂ ਕਰ ਰਹੇ ਅਤੇ ਉਹ ਇਨਸਾਨ ਨੂੰ ਦੇਖ ਕੇ ਤੁਹਾਨੂੰ ਗੁੱਸਾ ਆ ਜਾਂਦਾ ਹੈ ਜਾਂ ਤੁਹਾਨੂੰ ਪੁਰਾਣੀਆਂ ਗੱਲਾਂ ਯਾਦ ਆਉਂਦੀਆਂ ਹਨ, ਤੁਸੀਂ ਮਾਫ਼ ਕਰੋ ਉਹਨਾਂ ਨੂੰ। ਅਤੇ ਉਹਨਾਂ ਨੂੰ ਤੁਸੀਂ ਉਦੋਂ ਹੀ ਮਾਫ਼ ਕਰ ਸਕਦੇ ਹੋ ਜਦੋਂ ਤੁਸੀਂ ਪਰਮੇਸ਼ਰ ਦੇ ਆਪਣੀ ਨਜ਼ਰ ਟਿਕਾਉਂਦੇ ਹੋ। ਜਿਵੇਂ ਪਰਮੇਸ਼ਰ ਨੇ ਤੁਹਾਨੂੰ ਮਾਫ਼ ਕੀਤਾ, ਉਵੇਂ ਹੀ ਤੁਸੀਂ ਵੀ ਉਹਨਾਂ ਨੂੰ ਮਾਫ਼ ਕਰੋ। ਮਾਫ਼ੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਜ਼ਰੂਰੀ ਹੈ ਅਤੇ ਕਿਉਂਕਿ ਅਸੀਂ ਇਨਸਾਨ ਹਾਂ, ਅਸੀਂ ਗਲਤੀਆਂ ਸਾਡੇ ਵਿੱਚ ਭਰੀਆਂ ਹੁੰਦੀਆਂ ਹਨ। ਸਾਡਾ ਇੱਕ ਜੋ ਇੱਕ ਨਜ਼ਰੀਆ ਹੁੰਦਾ ਹੈ, ਉਹ ਕਿਤੇ ਨਾ ਕਿਤੇ ਉਹ ਗਲਤ ਹੁੰਦਾ ਹੈ। ਇਸੇ ਲਈ ਸਾਨੂੰ ਪਰਮੇਸ਼ਰ ਦੇ ਵਚਨ ਦੇ ਕੋਲ ਆ ਕੇ ਸਾਨੂੰ ਬਾਰ-ਬਾਰ ਆਪਣੇ ਦਿਲਾਂ ਨੂੰ ਜਾਂਚਣਾ ਪੈਂਦਾ ਹੈ ਤਾਂ ਕਿ ਅਸੀਂ ਪਰਮੇਸ਼ਰ ਦੇ ਵਾਂਗਰ ਚੰਗੇ ਕੰਮ ਕਰ ਸਕੀਏ ਅਤੇ ਚੰਗੇ ਇੱਕ ਡਿਸੀਜ਼ਨ ਲੈ ਸਕੀਏ। ਜੇ ਅਸੀਂ ਚੰਗੇ ਡਿਸੀਜ਼ਨ ਨਹੀਂ ਲਵਾਂਗੇ ਅਤੇ ਅਸੀਂ ਸ਼ਾਂਤੀ ਖੋ ਜਾਵਾਂਗੇ। ਇਸੇ ਲਈ ਮਾਫ਼ ਕਰੋ। ਮਾਫ਼ੀ ਜਿਹੜੀ ਹੈ ਉਹ ਇੱਕ ਬਹੁਤ ਹੀ ਚੰਗਾ ਡਿਸੀਜ਼ਨ ਹੁੰਦਾ ਹੈ। ਦੂਜੀ ਗੱਲ, ਪ੍ਰੇਮ ਵਿੱਚ ਚੱਲੋ। ਪ੍ਰੇਮ ਵਿੱਚ ਚੱਲੋ। ਪ੍ਰਭੂ ਯਿਸੂ ਮਸੀਹ ਕਹਿੰਦਾ ਹੈ ਕਿ ਤੁਸੀਂ ਪ੍ਰੇਮ ਇੱਕ ਦੂਸਰੇ ਨਾਲ ਕਰਦੇ ਰਹੋ। ਯਹੂਨਾ ਦੀ ਇੰਜੀਲ ਉਸਦਾ 13 ਅਧਿਆਇ ਅਤੇ ਉਸਦੀ 31 ਆਇਤ ਤੋਂ ਲੈ ਕੇ 34 ਆਇਤ ਵਿੱਚ ਪ੍ਰਭੂ ਯਿਸੂ ਮਸੀਹ ਕਹਿੰਦਾ ਹੈ ਕਿ ਤੁਸੀਂ ਇੱਕ ਦੂਸਰੇ ਨਾਲ ਪ੍ਰੇਮ ਕਰਦੇ ਰਹੋ। 34 ਆਇਤ ਵਿੱਚ ਅਸੀਂ ਪੜ੍ਹਦੇ ਹਾਂ, ਉਹ ਕਹਿੰਦਾ ਹੈ ਕਿ ਮੈਂ ਤੁਹਾਨੂੰ ਇੱਕ ਨਵੀਂ ਹਿਦਾਇਤ ਜਾਂ ਨਵਾਂ ਹੁਕਮ ਦਿੰਦਾ ਹਾਂ। ਉਹ ਇਹ ਹੈ ਕਿ ਤੁਸੀਂ ਇੱਕ ਦੂਸਰੇ ਨਾਲ ਪ੍ਰੇਮ ਕਰੋ। ਜਿਵੇਂ ਮੈਂ ਤੁਹਾਨੂੰ ਪ੍ਰੇਮ ਕੀਤਾ, ਉਵੇਂ ਹੀ ਤੁਸੀਂ ਮੈਨੂੰ ਪ੍ਰੇਮ ਕਰੋ ਅਤੇ ਦੂਸਰੇ ਲੋਕਾਂ ਨੂੰ ਵੀ ਪ੍ਰੇਮ ਕਰੋ। ਅਤੇ ਉਹ ਫਿਰ ਕਹਿੰਦਾ ਹੈ 35 ਆਇਤ ਵਿੱਚ, ਉਹ ਕਹਿੰਦਾ ਹੈ ਇਸੇ ਤਰ੍ਹਾਂ ਲੋਕ ਤੁਹਾਨੂੰ ਜਾਣਨਗੇ ਕਿ ਤੁਸੀਂ ਮੇਰੇ ਚੇਲੇ ਹੋ, ਕਿ ਤੁਸੀਂ ਮੇਰੇ ਲੋਕ ਹੋ, ਜਦੋਂ ਤੁਸੀਂ ਇੱਕ ਦੂਜੇ ਨੂੰ ਪ੍ਰੇਮ ਕਰੋਗੇ। ਕਲੀਸਿਆ ਜੋ ਹੈ ਮਸੀਹ ਦੀ, ਉਸ ਦੇ ਵਿੱਚ ਜੇ ਪ੍ਰੇਮ ਨਹੀਂ ਹੈ ਅਤੇ ਉਸ ਵਿੱਚ ਪ੍ਰਭੂ ਕਿਵੇਂ ਹੋ ਸਕਦਾ ਹੈ? ਜਦੋਂ ਪ੍ਰਭੂ ਯਿਸੂ ਮਸੀਹ ਸਾਡੀ ਜ਼ਿੰਦਗੀ 'ਚ ਆਉਂਦਾ ਹੈ, ਉਹ ਆਪਣੇ ਪਰਿਵਾਰ ਦੇ ਨਾਲ ਸਾਡੀ ਜ਼ਿੰਦਗੀ 'ਚ ਆਉਂਦਾ ਹੈ। ਉਹ ਪਿਤਾ ਨਾਲ ਆਉਂਦਾ ਹੈ, ਉਹ ਪਵਿੱਤਰ ਆਤਮਾ ਨਾਲ ਆਉਂਦਾ ਹੈ ਅਤੇ ਉਹ ਆਪਣੇ ਖੂਨ ਦੇ ਖਰੀਦੇ ਹੋਏ ਲੋਕਾਂ ਨਾਲ ਵੀ ਆਉਂਦਾ ਹੈ। ਇਸੇ ਲਈ ਸਾਨੂੰ ਇੱਕ ਦੂਸਰੇ ਨਾਲ ਪ੍ਰੇਮ ਕਰਨ ਦੀ ਲੋੜ ਹੈ ਅਤੇ ਇੱਕ ਦੂਸਰੇ ਨੂੰ ਪ੍ਰਭੂ ਦੇ ਪ੍ਰੇਮ ਵਿੱਚ ਅੱਗੇ ਵਧਣ ਦੀ ਇੱਕ ਹਿਦਾਇਤ ਦੇਣ ਦੀ ਲੋੜ ਹੈ। ਅਤੇ ਪਹਿਲਾ ਯਹੂਨਾ ਉਸਦਾ ਚੌਥਾ ਅਧਿਆਇ ਅਤੇ ਉਸਦੀ 7 ਤੋਂ 12 ਆਇਤ ਵਿੱਚ ਫਿਰ ਯਹੂਨਾ ਕਹਿੰਦਾ ਹੈ, ਜੇ ਤੁਸੀਂ ਆਪਣੇ ਭਰਾ ਨੂੰ ਪ੍ਰੇਮ ਨਹੀਂ ਕਰਦੇ, ਜੋ ਕਿ ਇੱਕ ਮਸੀਹੀ ਭਰਾ ਹੋਵੇਗਾ ਸ਼ਾਇਦ, ਜਾਂ ਭੈਣ ਹੋਵੇਗੀ, ਜਾਂ ਈਵਨ ਤੁਹਾਡੇ ਘਰ ਦੇ ਲੋਕ, ਜੇ ਤੁਸੀਂ ਉਹਨਾਂ ਨੂੰ ਪ੍ਰੇਮ ਨਹੀਂ ਕਰਦੇ ਅਤੇ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਤੁਹਾਡੇ ਵਿੱਚ ਪ੍ਰਭੂ ਦਾ ਪ੍ਰੇਮ ਹੈ? ਜਿਵੇਂ ਪਰਮੇਸ਼ਰ ਨੇ ਪਾਪੀਆਂ ਨੂੰ ਮਾਫ਼ ਕੀਤਾ, ਸਾਡੇ ਵਰਗੇ ਪਾਪੀਆਂ ਨੂੰ ਜੋ ਕਿ ਮਾਫ਼ੀ ਦੇ ਹੱਕਦਾਰ ਵੀ ਨਹੀਂ ਸਨ, ਉਸੇ ਤਰ੍ਹਾਂ ਸਾਨੂੰ ਵੀ ਇੱਕ ਦੂਸਰੇ ਨੂੰ ਮਾਫ਼ ਕਰਨ ਦੀ ਲੋੜ ਹੈ ਅਤੇ ਪ੍ਰੇਮ ਰੱਖਣ ਦੀ ਲੋੜ ਹੈ, ਕਿਉਂਕਿ ਪਰਮੇਸ਼ਰ ਨੇ ਸਾਨੂੰ ਪ੍ਰੇਮ ਕੀਤਾ ਹੈ। ਉਹ ਕਹਿੰਦਾ ਹੈ 11 ਆਇਤ ਵਿੱਚ, ਪਹਿਲਾ ਯਹੂਨਾ ਚੌਥਾ ਅਧਿਆਇ 11 ਆਇਤ, ਉਹ ਕਹਿੰਦਾ ਹੈ ਕਿ ਜੇ ਪ੍ਰਭੂ ਨੇ ਸਾਨੂੰ ਪ੍ਰੇਮ ਕੀਤਾ ਅਤੇ ਸਾਨੂੰ ਇੱਕ ਦੂਜੇ ਨਾਲ ਪ੍ਰੇਮ ਰੱਖਣ ਦੀ ਕਿੰਨੀ ਲੋੜ ਹੈ। ਕਿਸੇ ਨੇ ਪਰਮੇਸ਼ਰ ਨੂੰ ਨਹੀਂ ਦੇਖਿਆ, ਪਰ ਜੇ ਅਸੀਂ ਇੱਕ ਦੂਸਰੇ ਨਾਲ ਪ੍ਰੇਮ ਕਰਦੇ ਹਾਂ ਅਤੇ ਪ੍ਰਭੂ ਸਾਡੇ ਵਿੱਚ ਰਹਿੰਦਾ ਹੈ ਅਤੇ ਅਸੀਂ ਉਸਦੇ ਪ੍ਰੇਮ ਵਿੱਚ ਖਰੇ ਉਤਰਦੇ ਹਾਂ। ਇਹੀ ਗੱਲਾਂ ਅਸੀਂ ਦੇਖਦੇ ਹਾਂ ਕਿ ਪ੍ਰੇਮ ਜੋ ਹੈ, ਜਿਹੜਾ ਵਰਡ ਹੁੰਦਾ ਹੈ ਅਗਾਪੇ ਗ੍ਰੀਕ ਦੇ ਵਿੱਚ, ਉਹਦਾ ਮਤਲਬ ਇਹ ਹੈ ਕਿ ਪ੍ਰੇਮ ਉਹਨਾਂ ਲੋਕਾਂ ਨੂੰ ਕਰਨਾ ਜੋ ਕਿ ਸ਼ਾਇਦ ਜਿਨ੍ਹਾਂ ਨੂੰ ਅਸੀਂ ਪ੍ਰੇਮ ਬਹੁਤ ਸੌਖੇ ਤਰੀਕੇ ਨਾਲ ਨਾ ਕਰ ਸਕੀਏ। ਚਰਚਾਂ ਦੇ ਵਿੱਚ, ਕਲੀਸਿਆਂ ਦੇ ਵਿੱਚ ਕਈ ਇੱਦਾਂ ਦੇ ਲੋਕ ਹੁੰਦੇ ਹਨ ਜੋ ਸਾਡੇ ਫਰੈਂਡ ਹੁੰਦੇ ਹਨ। ਹਾਲਾਂਕਿ ਹਰੇਕ ਇਨਸਾਨ ਜੋ ਚਰਚ ਕਲੀਸਿਆ ਦਾ ਹਿੱਸਾ ਹੁੰਦਾ ਹੈ, ਉਹ ਸਾਡਾ ਭਰਾ ਜਾਂ ਭੈਣ ਹੁੰਦਾ ਹੈ, ਪਰ ਕਈ ਲੋਕ ਇੱਦਾਂ ਦੇ ਹੁੰਦੇ ਹਨ ਚਰਚਾਂ ਦੇ ਵਿੱਚ ਜੋ ਕਿ ਸਾਨੂੰ ਚੰਗੇ ਲੱਗਦੇ ਹਨ, ਜਿਨ੍ਹਾਂ ਨਾਲ ਸਾਡੀ ਫਰੈਂਡਸ਼ਿਪ ਹੁੰਦੀ ਹੈ। ਚੰਗੀ ਗੱਲ ਹੈ, ਫਰੈਂਡਸ ਹੋਣੇ ਬਹੁਤ ਜ਼ਰੂਰੀ ਹਨ। ਜੇ ਐਜ਼ ਮਸੀਹੀ, ਐਜ਼ ਕ੍ਰਿਸਚਨ ਸਾਡੇ ਕੋਈ ਦੋਸਤ ਹੀ ਨਹੀਂ ਹਨ ਚਰਚਾਂ ਦੇ ਵਿੱਚ, ਅਤੇ ਫਿਰ ਮਸੀਹ ਹੋਣ ਦਾ ਫਾਇਦਾ ਕੀ ਹੋਇਆ? ਯਿਸੂ ਮਸੀਹ ਸਾਡੀ ਜ਼ਿੰਦਗੀ 'ਚ ਆਉਂਦਾ ਹੈ ਅਤੇ ਉਹ ਸਾਡੇ ਦਰਮਿਆਨ ਅਤੇ ਦੂਜੇ ਲੋਕਾਂ ਦੇ ਦਰਮਿਆਨ ਸ਼ਾਂਤੀ ਬਣਾਉਂਦਾ ਹੈ, ਦੋਸਤੀ ਕਾਇਮ ਕਰਦਾ ਹੈ।
ਤੇ ਚੰਗੇ ਦੋਸਤ ਹੋਣੇ ਚਰਚਾਂ ਦੇ ਵਿੱਚ, ਕਲੀਸਿਆਵਾਂ ਦੇ ਵਿੱਚ ਹੋਣੇ ਬਹੁਤ ਹੀ ਜ਼ਰੂਰੀ ਹਨ। ਮੇਰੇ ਵੀ ਦੋਸਤ ਹਨ, ਮੇਰੇ ਹੋਰ 1-2 ਪਾਸਟਰ ਲੋਕ ਹਨ ਜਿਨ੍ਹਾਂ ਨਾਲ ਮੇਰੀ ਦੋਸਤੀ ਬਹੁਤ ਡੂੰਘੀ ਹੈ, ਅਤੇ ਮੈਂ ਉਹਨਾਂ ਦੀਆਂ ਗੱਲਾਂ ਨੂੰ ਸੁਣਦਾ ਹਾਂ। ਅਤੇ ਜੇ ਉਹ ਮੈਨੂੰ ਹਿਦਾਇਤ ਦਿੰਦੇ ਹਨ, ਮੈਨੂੰ ਪਤਾ ਹੁੰਦਾ ਹੈ ਕਿ ਉਹ ਮੇਰੇ ਭਲੇ ਲਈ ਹਿਦਾਇਤ ਮੈਨੂੰ ਦਿੰਦੇ ਹਨ, ਅਤੇ ਮੈਂ ਉਹਨਾਂ ਦੀ ਗੱਲਾਂ ਨੂੰ ਸੁਣਦਾ ਹਾਂ। ਅਤੇ ਜੇ ਮੈਂ ਉਹਨਾਂ ਨੂੰ ਪ੍ਰੇਮ ਕਰਦਾ ਹਾਂ, ਮੈਂ ਵੀ ਉਹਨਾਂ ਨੂੰ ਹਿਦਾਇਤ ਦਿੰਦਾ ਹਾਂ, ਮੈਂ ਉਹਨਾਂ ਨਾਲ ਫੈਲੋਸ਼ਿਪ ਰੱਖਦਾ ਹਾਂ, ਸੰਗਤੀ ਰੱਖਦਾ ਹਾਂ। ਪਰ ਕਈ ਵਾਰੀ ਚਰਚਾਂ ਦੇ ਵਿੱਚ ਇੱਦਾਂ ਦੇ ਵੀ ਲੋਕ ਹੁੰਦੇ ਹਨ ਜੋ ਕਿ ਜਿਨ੍ਹਾਂ ਦੇ ਨਜ਼ਦੀਕ ਅਸੀਂ ਨਹੀਂ ਹੁੰਦੇ ਜ਼ਿਆਦਾ। ਸਾਨੂੰ ਉਹਨਾਂ ਲੋਕਾਂ ਨੂੰ ਵੀ ਪ੍ਰੇਮ ਕਰਨ ਦੀ ਲੋੜ ਹੈ, ਉਹਨਾਂ ਨਾਲ ਵੀ ਗੱਲ ਕਰਨ ਦੀ ਲੋੜ ਹੈ, ਉਹਨਾਂ ਦਾ ਵੀ ਹਾਲ ਚਾਲ ਪੁੱਛਣ ਦੀ ਲੋੜ ਹੈ। ਇਹ ਤਾਂ ਈਜ਼ੀ ਹੋ ਗਿਆ ਨਾ, ਜੇ ਤਾਂ ਤੁਹਾਡੇ ਦੋਸਤ ਆ ਉਹਨਾਂ ਦਾ ਹਾਲ ਚਾਲ ਪੁੱਛ ਲਓ, ਉਹ ਤਾਂ ਈਜ਼ੀ ਕੰਮ ਹੋ ਗਿਆ, ਉਹ ਤਾਂ ਕੋਈ ਵੀ ਕਰ ਸਕਦਾ ਹੈ, ਉਹ ਤਾਂ ਗੈਰ ਕੌਮਾਂ ਦੇ ਵੀ ਲੋਕ ਕਰਦੇ ਹਨ। ਪਰ ਔਖਾ ਕੰਮ ਇਹ ਹੁੰਦਾ ਹੈ ਕਿ ਉਹਨਾਂ ਲੋਕਾਂ ਕੋਲ ਜਾ ਕੇ ਬੈਠੋ ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ। ਚਰਚਾਂ ਦੇ ਵਿੱਚ ਉਹਨਾਂ ਨੂੰ ਪੁੱਛੋ ਵੀ ਤੁਸੀਂ ਕਿਵੇਂ ਹੋ, ਅਸੀਂ ਤੁਹਾਡੇ ਲਈ ਪ੍ਰਾਰਥਨਾ ਕਿਵੇਂ ਕਰ ਸਕਦੇ ਹਾਂ। ਜੇ ਤੁਸੀਂ ਪ੍ਰੇਮ ਕਰਦੇ ਹੋ, ਕਹਿੰਦੇ ਹੋ ਤੁਸੀਂ ਪਰਮੇਸ਼ਰ ਨੂੰ ਪ੍ਰੇਮ ਕਰਦੇ ਹੋ, ਅਤੇ ਤੁਸੀਂ ਕਹਿੰਦੇ ਹੋ ਮੈਂ ਚਰਚ ਦੇ ਲੋਕਾਂ ਨਾਲ ਪ੍ਰੇਮ ਕਰਦਾ ਹਾਂ, ਅਤੇ ਫਿਰ ਤੁਸੀਂ ਉਹਨਾਂ ਨਾਲ ਬੈਠ ਕੇ ਪ੍ਰਾਰਥਨਾ ਕਰੋ, ਉਹਨਾਂ ਲਈ ਪ੍ਰਾਰਥਨਾ ਕਰੋ, ਅਤੇ ਉਹਨਾਂ ਨਾਲ ਸੰਗਤੀ ਰੱਖੋ। ਉਹਨਾਂ ਲੋਕਾਂ ਨਾਲ ਸੰਗਤੀ ਰੱਖੋ ਜੋ ਕਿ ਤੁਹਾਨੂੰ ਵਾਪਸ ਨਾ ਕਰ ਸਕਣ। ਕਈ ਵਾਰੀ ਕੀ ਹੁੰਦਾ ਹੈ ਕਿ ਸਾਡੇ ਦੋਸਤ ਹੁੰਦੇ ਹਨ ਚਰਚਾਂ ਦੇ ਵਿੱਚ, ਅਸੀਂ ਉਹਨਾਂ ਨੂੰ ਤੋਹਫੇ ਦਿੰਦੇ ਹਾਂ ਕ੍ਰਿਸਮਸ 'ਤੇ ਜਾਂ ਈਸਟਰ 'ਤੇ ਜਾਂ ਬਰਥਡੇ 'ਤੇ। ਉਹ ਅਸੀਂ ਉਹਨਾਂ ਨੂੰ ਤੋਹਫੇ ਦਿੰਦੇ ਹਾਂ, ਉਹ ਸਾਨੂੰ ਤੋਹਫੇ ਦੇ ਦਿੰਦੇ ਹਨ, ਗੱਲ ਖਤਮ। ਪਰ ਉਹਨਾਂ ਲੋਕਾਂ ਨਾਲ ਵੀ ਪ੍ਰੇਮ ਕਰੋ ਜਿਹੜੇ ਕਿ ਉਹ ਇੱਕ ਹਾਲਾਤ ਵਿੱਚ ਨਹੀਂ ਹੁੰਦੇ ਕਿ ਉਹ ਤੁਹਾਡਾ ਗਿਫਟ ਮੋੜ ਸਕਣ ਜਾਂ ਉਹ ਤੁਹਾਨੂੰ ਆ ਕੇ ਦੇਖ ਸਕਣ। ਕਈ ਵਾਰੀ ਚਰਚਾਂ ਦੇ ਵਿੱਚ ਇੱਦਾਂ ਦੇ ਲੋਕ ਹੁੰਦੇ ਹਨ ਜੋ ਕਿ ਬਹੁਤ ਪਰੇਸ਼ਾਨ ਹੁੰਦੇ ਹਨ ਜਾਂ ਇਕੱਲੇ ਹੁੰਦੇ ਹਨ, ਜਿਨ੍ਹਾਂ ਦੀ ਸਿਹਤ ਚੰਗੀ ਨਹੀਂ ਹੁੰਦੀ, ਜਿਨ੍ਹਾਂ ਦੇ ਕੋਲ ਜ਼ਿਆਦਾ ਪੈਸਾ ਨਹੀਂ ਹੁੰਦਾ। ਉਹਨਾਂ ਲੋਕਾਂ ਨਾਲ ਵੀ ਜਾ ਕੇ ਬੈਠੋ। ਅਮੀਰਾਂ ਨਾਲ ਬੈਠਣਾ, ਇੱਕ ਸਟਾਈਲਿਸ਼ ਲੋਕਾਂ ਨਾਲ ਬੈਠਣਾ ਤਾਂ ਬਹੁਤ ਈਜ਼ੀ ਹੁੰਦਾ ਹੈ। ਉਹਨਾਂ ਲੋਕਾਂ ਨਾਲ ਵੀ ਸਾਨੂੰ ਬੈਠਣਾ ਚਾਹੀਦਾ ਹੈ। ਉਹਨਾਂ ਲੋਕਾਂ ਨੂੰ ਵੀ ਪ੍ਰੇਮ ਦਿਖਾਉਣ ਦੀ ਲੋੜ ਹੈ ਜੋ ਕਿ ਸ਼ਾਇਦ ਸਾਡੇ ਦਾਇਰੇ ਦੇ ਲੋਕ ਨਹੀਂ ਹੁੰਦੇ। ਪਰ ਚਰਚ ਦੇ ਵਿੱਚ ਸਾਡਾ ਦਾਇਰਾ ਵੱਡਾ ਹੁੰਦਾ ਹੈ। ਚਰਚ ਦੇ ਦਾਇਰੇ ਵਿੱਚ ਹਰੇਕ ਤਰ੍ਹਾਂ ਦੇ ਲੋਕ ਆਉਂਦੇ ਹਨ, ਛੋਟੇ ਵੀ ਲੋਕ ਆਉਂਦੇ ਹਨ, ਵੱਡੇ ਵੀ ਆਉਂਦੇ ਹਨ, ਅਮੀਰ ਵੀ ਗਰੀਬ ਵੀ, ਕੋਈ ਛੋਟਾ ਵੱਡਾ ਨਹੀਂ ਹੈ। ਦੁਨੀਆ ਦੀ ਨਜ਼ਰਾਂ ਦੇ ਵਿੱਚ ਇਹ ਗੱਲਾਂ ਛੋਟੀਆਂ ਵੱਡੀਆਂ ਹੁੰਦੀਆਂ ਹਨ, ਪਰ ਸਾਡੀ ਨਜ਼ਰਾਂ ਦੇ ਵਿੱਚ, ਮਸੀਹ ਦੀ ਨਜ਼ਰਾਂ ਦੇ ਵਿੱਚ ਇਹ ਗੱਲਾਂ ਛੋਟੀਆਂ ਨਹੀਂ ਹੁੰਦੀਆਂ, ਨਾ ਹੀ ਵੱਡੀਆਂ ਹੁੰਦੀਆਂ ਹਨ। ਪ੍ਰਭੂ ਦੀ ਨਿਗਾਹ ਦੇ ਵਿੱਚ ਸਭ ਇੱਕ ਸਮਾਨ ਲੋਕ ਹਨ। ਇਸ ਕਰਕੇ ਸਾਡੀ ਜਿਹੜੀ ਫੈਲੋਸ਼ਿਪ ਹੋਣੀ ਚਾਹੀਦੀ ਹੈ ਸਾਰੇ ਲੋਕਾਂ ਨਾਲ ਹੋਣੀ ਚਾਹੀਦੀ ਹੈ। ਜਦੋਂ ਅਸੀਂ ਸੰਡੇ ਆਉਂਦੇ ਹਾਂ ਚਰਚ, ਸਾਨੂੰ ਇੱਕ ਦੂਜੇ ਨੂੰ ਪੁੱਛਣਾ ਚਾਹੀਦਾ ਹੈ ਹਾਲ ਚਾਲ, ਇੱਕ ਦੂਜੇ ਦਾ ਪ੍ਰਾਰਥਨਾ ਬੈਠ ਕੇ ਕਰਨੀ ਚਾਹੀਦੀ ਹੈ, ਇੱਕ ਦੂਜੇ ਨੂੰ ਤਸੱਲੀ ਦੇਣੀ ਚਾਹੀਦੀ ਹੈ। ਇਹ ਪ੍ਰੇਮ ਕਰਨ ਦਾ ਮਤਲਬ ਇਹੀ ਹੁੰਦਾ ਹੈ। ਜਿਵੇਂ ਪਰਮੇਸ਼ਰ ਨੇ ਸਾਨੂੰ ਪ੍ਰੇਮ ਕੀਤਾ, ਉਸਨੇ ਇਹ ਨਹੀਂ ਦੇਖਿਆ ਵੀ ਉਹ ਬੰਦਾ ਇੰਡੀਆ ਦਾ ਹੈ ਜਾਂ ਉਹ ਬੰਦਾ ਪਾਕਿਸਤਾਨ ਦਾ ਹੈ ਜਾਂ ਉਹ ਬੰਦਾ ਮਲੇਸ਼ੀਆ ਤੋਂ ਹੈ ਜਾਂ ਉਹ ਬੰਦਾ ਆਹ ਭਾਸ਼ਾ ਬੋਲਦਾ ਹੈ ਜਾਂ ਉਹ ਬੰਦਾ ਆਹ ਖਾਣਾ ਖਾਂਦਾ ਹੈ। ਪਰਮੇਸ਼ਰ ਨੇ ਇਵੇਂ ਨਹੀਂ ਦੇਖਿਆ। ਪਰਮੇਸ਼ਰ ਨੇ ਸਾਰਿਆਂ ਨੂੰ ਇੱਕੋ ਜਿਹਾ ਪ੍ਰੇਮ ਕੀਤਾ। ਇਸੇ ਤਰ੍ਹਾਂ ਸਾਨੂੰ ਵੀ ਇੱਕ ਦੂਸਰੇ ਨਾਲ ਇੱਕੋ ਜਿਹਾ ਪ੍ਰੇਮ ਕਰਨ ਦੀ ਲੋੜ ਹੈ। ਅਤੇ ਰੋਮੀਆਂ ਦੇ ਖੱਤ ਵਿੱਚ ਅਸੀਂ ਫਿਰ ਇਹੀ ਦੇਖਦੇ ਹਾਂ। ਰੋਮੀਆਂ ਦਾ ਖੱਤ ਉਸਦਾ 5 ਅਧਿਆਇ, ਉਸਦੀ 6 ਆਇਤ, ਉਹਦੀ 7 ਆਇਤ। ਅਤੇ ਅਸੀਂ ਰੋਮੀਆਂ ਦੇ ਖੱਤ ਵਿੱਚ ਇਹੀ ਦੇਖਦੇ ਹਾਂ ਕਿ ਪ੍ਰਭੂ ਨੇ ਸਾਡੇ ਉੱਤੇ ਆਪਣਾ ਪ੍ਰੇਮ ਉਜਾਗਰ ਕੀਤਾ। ਜਦੋਂ ਅਸੀਂ ਪਾਪੀ ਹੀ ਸਾਂ, ਉਦੋਂ ਪ੍ਰਭੂ ਯਿਸੂ ਮਸੀਹ ਸਾਡੇ ਲਈ ਮਾਰਿਆ ਗਿਆ। ਪ੍ਰੇਮ ਦਾ ਮਤਲਬ ਹੈ ਆਪਣੇ ਆਪ ਨੂੰ ਨੀਵਾਂ ਕਰ ਲੈਣਾ, ਆਪਣੇ ਆਪ ਨੂੰ ਮਾਰ ਲੈਣਾ ਅਤੇ ਦੂਜੇ ਇਨਸਾਨ ਨੂੰ ਆਪਣੇ ਤੋਂ ਬਿਹਤਰ ਸਮਝਣਾ। ਇਹ ਹੀ ਪ੍ਰੇਮ ਹੈ। ਅਤੇ ਉਸਦੀ ਗੱਲ ਸੁਣਨੀ ਅਤੇ ਉਸਨੂੰ ਇੱਕ ਦਰਜਾ ਦੇਣਾ ਆਪਣੀ ਜ਼ਿੰਦਗੀਆਂ ਦੇ ਵਿੱਚ। ਸਾਡਾ ਕੰਮ ਇਹ ਹੈ, ਮਸੀਹੀ ਲੋਕਾਂ ਦਾ ਕੰਮ ਇਹ ਹੈ ਕਿ ਅਸੀਂ ਆਪਣੇ ਮਸੀਹ ਭਾਈ ਭੈਣਾਂ ਨਾਲ ਪ੍ਰੇਮ ਰੱਖੀਏ ਅਤੇ ਉਹਨਾਂ ਨੂੰ ਪਰਮੇਸ਼ਰ ਦੇ ਪ੍ਰੇਮ ਵਿੱਚ ਅੱਗੇ ਵਧਣ ਦਾ ਇੱਕ ਹੌਸਲਾ ਅਤੇ ਇਨਕਰੇਜਮੈਂਟ ਦਈਏ। ਅਤੇ ਇਹ ਹੋ ਗਈਆਂ ਇਹ 2 ਗੱਲਾਂ। ਅਸੀਂ ਇਸ ਤਰ੍ਹਾਂ ਪਰਮੇਸ਼ਰ ਦੀ ਇੱਕ ਨਕਲ ਕਰ ਸਕਦੇ ਹਾਂ ਆਪਣੀ ਜ਼ਿੰਦਗੀਆਂ ਦੇ ਵਿੱਚ, ਪਰਮੇਸ਼ਰ ਦੇ ਵਾਂਗਰ ਬਣ ਸਕਦੇ ਹਾਂ। ਕੈਰੈਕਟਰ ਦੇ ਵਿੱਚ, ਇੱਕ ਸੋਚ ਦੇ ਵਿੱਚ, ਸਮਝ ਦੇ ਵਿੱਚ, ਸਾਡੀ ਸ਼ਖਸੀਅਤ ਦੇ ਵਿੱਚ ਅਸੀਂ ਕਿਵੇਂ ਚੇਂਜ ਹੋ ਸਕਦੇ ਹਾਂ, ਕਿਵੇਂ ਬਦਲ ਸਕਦੇ ਹਾਂ। ਪਰਮੇਸ਼ਰ ਦੀ ਛਵੀ ਸਾਡੇ ਵਿੱਚ ਉਦੋਂ ਤਿਆਰ ਹੁੰਦੀ ਹੈ ਜਦੋਂ ਅਸੀਂ ਪਰਮੇਸ਼ਰ ਦੀ ਗੱਲਾਂ ਨੂੰ ਸੁਣਦੇ ਹਾਂ। ਅਤੇ ਇਹ ਗੱਲਾਂ ਅਸੀਂ ਕਿਵੇਂ ਕਰ ਸਕਦੇ ਹਾਂ? ਹੁਣ ਮੈਂ ਤੁਹਾਨੂੰ ਦੱਸਿਆ, ਕਾਫੀ ਚਿਰ ਹੋ ਗਿਆ ਵੀ ਇਹ 2 ਗੱਲਾਂ ਸਾਨੂੰ ਕਰਨ ਦੀ ਲੋੜ ਹੈ, ਪਰ ਅਸੀਂ ਕਿਵੇਂ ਕਰੀਏ ਇਹਨਾਂ ਗੱਲਾਂ ਨੂੰ? ਪਹਿਲੀ ਗੱਲ ਇਹ ਹੈ ਕਿ ਅਸੀਂ ਇਹ ਗੱਲਾਂ ਨੂੰ ਉਦੋਂ ਕਰ ਸਕਦੇ ਹਾਂ ਜਦੋਂ ਅਸੀਂ ਜਾਣਦੇ ਹਾਂ ਕਿ ਪਰਮੇਸ਼ਰ ਨੇ ਸਾਡੇ ਲਈ ਕੀ ਕਰ ਦਿੱਤਾ। ਕਲੂਸੀਆਂ ਦਾ ਖੱਤ ਉਸਦਾ 3 ਅਧਿਆਇ 13 ਆਇਤ ਵਿੱਚ ਪੌਲੁਸ ਕਹਿੰਦਾ ਹੈ ਕਿ ਇੱਕ ਦੂਸਰੇ ਨੂੰ ਝੇਲੋ, ਅਤੇ ਜੇ ਕਿਸੇ ਦੇ ਖਿਲਾਫ ਕੋਈ ਸ਼ਿਕਾਇਤ ਹੈ ਉਸ ਨੂੰ ਮਾਫ਼ ਕਰ ਦੇਵੋ, ਜਿਵੇਂ ਪ੍ਰਭੂ ਨੇ ਤੁਹਾਨੂੰ ਮਾਫ਼ ਕੀਤਾ।
ਤੇ ਦੂਜੀ ਗੱਲ ਅਸੀਂ ਦੇਖਦੇ ਹਾਂ ਕਿ ਅਸੀਂ ਇੱਕ ਸਰੀਰ ਹਾਂ, ਅਤੇ ਜੇ ਅਸੀਂ ਇੱਕ ਸਰੀਰ ਹਾਂ ਤਾਂ ਫਿਰ ਅਸੀਂ ਆਪਣੇ ਸਰੀਰ ਨੂੰ ਕਿੱਦਾਂ ਬੁਰਾ ਕਹਿ ਸਕਦੇ ਹਾਂ ਜਾਂ ਬੁਰਾ ਕਰ ਸਕਦੇ ਹਾਂ ਸਰੀਰ ਦੇ ਖਿਲਾਫ। ਰੋਮੀਆਂ ਦਾ ਖੱਤ 12 ਅਧਿਆਇ ਉਸਦੀ 5 ਆਇਤ ਉਹਦੇ ਵਿੱਚ ਇਹ ਕਹਿੰਦਾ ਹੈ ਕਿ ਹਾਲਾਂਕਿ ਅਸੀਂ ਕਿੰਨੇ ਲੋਕ ਹਾਂ, ਪਰ ਮਸੀਹ ਦੇ ਵਿੱਚ ਅਸੀਂ ਇੱਕ ਸਰੀਰ ਹਾਂ। ਕਿੰਨੇ ਮੈਂਬਰਸ ਹਾਂ, ਕਿੰਨੇ ਪਾਰਟਸ ਹਨ ਸਰੀਰ ਦੇ, ਪਰ ਇੱਕ ਸਰੀਰ ਹੈ। ਅਤੇ ਉਸ ਸਰੀਰ ਦਾ ਮੁਖੀਆ ਕੌਣ ਹੈ? ਯਿਸੂ ਮਸੀਹ। ਅਤੇ ਫਿਰ ਅਸੀਂ ਦੇਖਦੇ ਹਾਂ ਗਲਾਤੀਆਂ ਦਾ ਖੱਤ ਉਸਦਾ 3 ਅਧਿਆਇ ਤੇ 28 ਆਇਤ ਉਹਦੇ ਵਿੱਚ ਪੌਲੁਸ ਕਹਿੰਦਾ ਹੈ ਕਿ ਨਾ ਤਾਂ ਕੋਈ ਹੁਣ ਯਹੂਦੀ ਹੈ ਅਤੇ ਨਾ ਤਾਂ ਕੋਈ ਯੂਨਾਨੀ ਹੈ, ਨਾ ਤਾਂ ਕੋਈ ਸੇਵਕ ਹੈ ਅਤੇ ਨਾ ਹੀ ਕੋਈ ਆਜ਼ਾਦ ਹੈ, ਨਾ ਹੀ ਕੋਈ ਔਰਤ ਹੈ ਜਾਂ ਨਾ ਹੀ ਕੋਈ ਮਰਦ ਹੈ, ਪਰ ਹੁਣ ਸਭ ਇੱਕ ਯਿਸੂ ਮਸੀਹ ਦੇ ਵਿੱਚ ਹਨ। ਸਭ ਇੱਕ ਹਨ, ਸਾਰਿਆਂ ਦਾ ਰੁਤਬਾ ਦਰਜਾ ਇੱਕ ਹੈ, ਕਿਉਂਕਿ ਪਰਮੇਸ਼ਰ ਨੇ ਆਪਣੇ ਪੁੱਤਰ ਨੂੰ ਸਾਰਿਆਂ ਲਈ ਮਰਨ ਲਈ ਘੱਲਿਆ। ਪ੍ਰਭੂ ਯਿਸੂ ਮਸੀਹ ਇੱਕ ਇਨਸਾਨ ਲਈ ਨਹੀਂ ਮਾਰਿਆ ਗਿਆ, ਉਹ ਸਾਰੇ ਲੋਕਾਂ ਲਈ ਮਾਰਿਆ ਗਿਆ, ਉਹ ਲੋਕ ਜੋ ਕਿ ਕਲੀਸਿਆ ਦਾ ਹਿੱਸਾ ਹਨ। ਤੀਜੀ ਗੱਲ, ਦੂਸਰੇ ਲੋਕਾਂ ਨੂੰ ਚੰਗਾ ਦਰਜਾ ਦੇਵੋ। ਫਿਲਿੱਪੀਆਂ ਦਾ ਖੱਤ ਉਸਦਾ 2 ਅਧਿਆਇ ਉਸਦੀ 5 ਆਇਤ ਵਿੱਚ ਉਸਦੀ 4 ਆਇਤ ਵਿੱਚ ਪੜ੍ਹਦੇ ਹਾਂ ਕਿ ਤੁਸੀਂ ਇੱਕ ਦੂਸਰੇ ਨੂੰ ਹਲੀਮੀ ਵਿੱਚ ਆ ਕੇ ਸੇਵਾ ਕਰੋ, ਇੱਕ ਦੂਜੇ ਨੂੰ ਚੰਗਾ ਸਮਝੋ, ਲੋਕਾਂ ਨੂੰ ਨੀਵਾਂ ਨਾ ਕਰੋ। ਚਰਚਾਂ ਦੇ ਵਿੱਚ, ਕਲੀਸਿਆ ਦੇ ਵਿੱਚ ਇਹ ਚੰਗੀ ਗੱਲ ਨਹੀਂ ਹੈ, ਕਿਉਂਕਿ ਯਿਸੂ ਮਸੀਹ ਹਰ ਇੱਕ ਮਸੀਹੀ ਲਈ ਮਾਰਿਆ ਗਿਆ। ਇਸ ਲਈ ਉਹ ਮਸੀਹ ਲੋਕਾਂ ਨੂੰ ਸਾਨੂੰ ਇੱਕ ਚੰਗਾ ਰੁਤਬਾ ਦੇਣ ਦੀ ਲੋੜ ਹੈ ਆਪਣੀ ਜ਼ਿੰਦਗੀ ਦੇ ਵਿੱਚ। ਅਤੇ ਜੇ ਅਸੀਂ ਇਹ ਤਿੰਨਾਂ ਗੱਲਾਂ ਨੂੰ ਯਾਦ ਰੱਖਾਂਗੇ ਅਤੇ ਫਿਰ ਅਸੀਂ ਮਾਫੀ ਵਿੱਚ ਵੀ ਵੱਧ ਸਕਦੇ ਹਾਂ ਅਤੇ ਅਸੀਂ ਪ੍ਰਭੂ ਦੇ ਪ੍ਰੇਮ ਵਿੱਚ ਵੀ ਵੱਧ ਸਕਦੇ ਹਾਂ। ਅਤੇ ਇਹ ਗੱਲਾਂ ਅਸੀਂ ਉਦੋਂ ਹੀ ਕਰ ਸਕਦੇ ਹਾਂ ਜਦੋਂ ਪ੍ਰਭੂ ਯਿਸੂ ਮਸੀਹ ਸਾਡੇ ਜ਼ਿੰਦਗੀ 'ਚ ਰਹਿੰਦਾ ਹੈ। ਇਸੇ ਕਰਕੇ ਯੂਹੰਨਾ ਦੀ ਇੰਜੀਲ ਉਸਦਾ 15 ਅਧਿਆਇ ਉਹਦੇ ਵਿੱਚ ਪ੍ਰਭੂ ਕਹਿੰਦਾ ਹੈ ਕਿ ਤੁਸੀਂ ਮੈਂ ਬੇਲ ਹਾਂ ਅਤੇ ਤੁਸੀਂ ਹੀ ਟਾਹਣੀਆਂ ਹੋ, ਅਤੇ ਜੇ ਤੁਸੀਂ ਮੇਰੇ ਵਿੱਚ ਬਣੇ ਰਹੋਗੇ ਅਤੇ ਤੁਸੀਂ ਫਲਦਾਇਕ ਹੋਵੋਗੇ। ਮੇਰੇ ਤੋਂ ਬਿਨਾਂ ਤੁਸੀਂ ਫਲਦਾਇਕ ਨਹੀਂ ਹੋ ਸਕਦੇ, ਇਸ ਲਈ ਮੇਰੇ ਵਿੱਚ ਬਣੇ ਰਹੋ ਅਤੇ ਮੈਂ ਤੁਹਾਡੇ ਵਿੱਚ ਬਣਿਆ ਰਹਾਂ। ਅਤੇ ਇਹ ਯਿਸੂ ਮਸੀਹ ਸਾਡੇ ਵਿੱਚ ਬਣਿਆ ਹੈ ਅਤੇ ਉਹ ਸਾਨੂੰ ਆਪਣੇ ਵਚਨ ਦੇ ਦੁਆਰਾ ਕਾਇਲ ਕਰਦਾ ਹੈ, ਆਪਣੇ ਪਵਿੱਤਰ ਆਤਮਾ ਦੇ ਦੁਆਰਾ ਕਾਇਲ ਕਰਦਾ ਹੈ, ਅਤੇ ਸਾਨੂੰ ਉਸ ਛਵੀ ਜਿਹੜੀ ਖਰਾਬ ਹੋ ਗਈ ਸੀ ਆਦਮ ਦੇ ਪਾਪ ਦੇ ਕਰਕੇ, ਹੁਣ ਉਹ ਪ੍ਰਭੂ ਯਿਸੂ ਮਸੀਹ ਦੇ ਬਲੀਦਾਨ ਦੇ ਦੁਆਰਾ ਸਹੀ ਕੀਤੀ ਜਾ ਰਹੀ ਹੈ। ਅਤੇ ਇੱਕ ਸਮਾਂ ਆਵੇਗਾ ਜਦੋਂ ਉਹ ਛਵੀ ਪੂਰੀ ਨਿਖਰ ਜਾਵੇਗੀ ਅਤੇ ਉਸ ਦਿਨ ਪ੍ਰਭੂ ਯਿਸੂ ਮਸੀਹ ਵਾਪਸ ਆ ਜਾਵੇਗਾ ਅਤੇ ਉਸ ਦਿਨ ਸਾਡੀ ਜ਼ਿੰਦਗੀ 'ਚ ਕੋਈ ਪਾਪ ਨਹੀਂ ਰਹੇਗਾ। ਹਾਲਾਂਕਿ ਅਸੀਂ ਇਸ ਸੰਸਾਰ ਵਿੱਚ ਰਹਿੰਦੇ ਹਾਂ ਹਾਲੇ, ਪ੍ਰਭੂ ਯਿਸੂ ਮਸੀਹ ਸਾਡੀ ਜ਼ਿੰਦਗੀ 'ਚ ਕੰਮ ਕਰ ਰਿਹਾ ਹੈ ਅਤੇ ਉਹ ਕੰਮ ਖਤਮ ਹੋਵੇਗਾ ਜਦੋਂ ਯਿਸੂ ਮਸੀਹ ਵਾਪਸ ਆਉਂਦਾ ਹੈ। ਇਸ ਲਈ ਪ੍ਰਭੂ ਦੇ ਇੰਤਜ਼ਾਰ ਵਿੱਚ, ਪ੍ਰਭੂ ਦੀ ਉਮੀਦ ਵਿੱਚ ਬਣੇ ਰਹੋ ਅਤੇ ਇੱਕ ਦੂਸਰੇ ਨੂੰ ਪ੍ਰੇਮ ਕਰਦੇ ਰਹੋ ਅਤੇ ਇੱਕ ਦੂਸਰੇ ਨੂੰ ਮਾਫ ਕਰਦੇ ਰਹੋ, ਜਿਵੇਂ ਕਿ ਪ੍ਰਭੂ ਨੇ ਮਾਫ ਕੀਤਾ ਤੁਹਾਨੂੰ, ਪ੍ਰਭੂ ਨੇ ਪ੍ਰੇਮ ਕੀਤਾ ਤੁਹਾਡੇ ਨਾਲ।